ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਬ ਲौ ਲਈ आग लार उदे तब लो रमते फिरते बहुत आयो कल कोर समुद्र में बूढ़ते कपहूँ मिठै नहीं रे पछतायो। तत् विचार जहे मथुरा जग तारन को अवतार मनायो जप्यो जिन अर्जन देव गुरु फिर संकट जोन गर्भ ना आए। मथुरा पट कहते ने कि मैं तत् कढ़ के देख लिया, अगर कोई अवतार जग तारन वास्ते आया है तो वह गुरु नानक साहब सच्चे पातशाह की जोत है। इस वेले जो पंजवीं जोत है, भगत जन ब्रह्म ज्ञानी जिहड़े कि दुखों नूं दुख नहीं मनते, पर एक दुख कबीर जी कहते हैं उन्होंने नूं भी है। उस वाहिगुरू अगे अरदास करते हैं, एक दुख राम राय घाटो मेरा अगन दहे अगब न बसेरा। ये सानू भी दुख है अते ये दुख कटण वास्ते मथुरा जन कहते हैं कि तत्त विचार जहे मथुरा जग तारन को अवतार मनायो जप्यो जिन अर्जन देव गुरु फिर संकट जोन गर्म ना आयो। जिन्होंने वाहिगुरू उस गुरु अर्जन देव जी का नाम जप लिया, उन्होंने जन्म मरण के भी दुख कट्टे जाते हैं। साहब सच्चे पातशाह धन गुरु अर्जन साहब सतगुरु की शहीदी अज शहीदी का दिन है। शहादत सतगुरु ने अज तो 1606 सन बनती है जदों शहादत का जाम पीता। 413 साल धन गुरु नानक साहब सच्चे पातशाह जी तो चल के जो सिੱਖੀ का बूटा गुरु नानक देव जी ने लाया, ਵੱਖ-ਵੱਖ गुरु साहबान उस सिੱਖੀ के बूटे में कोई ना कोई गुण भरते आ रहे हैं। ਅਤੇ ਬਾਰੀ ਆ ਜਾਂਦੀ ਗੁਰੂ ਅਰਜਨ ਦੇਵ ਜੀ ਤੇ। ਕਵੀ ਕਹਿੰਦਾ ਹੈ ਕਿ ਰੇਠੇ ਦਿਲਾਂ ਨੂੰ ਪਿਆਰ ਦੀ ਪੇਂਦ ਲਾ ਕੇ ਬੂਟਾ ਲਾਇਆ ਇੱਕ ਸੱਚੀਆਂ ਮਾਲੀਆਂ ਨੇ, ਅੰਮ੍ਰਿਤ ਪਾ ਕੇ ਅੰਮ੍ਰਿਤਸਰ ਵਿੱਚੋਂ ਇਹਨੂੰ ਸਿੰਜਿਆ ਜਗ ਦੇ ਬਾਲੀਆਂ ਨੇ। ਇੰਨਾ ਸੇਵਾ ਦਾ ਇਸ ਨੂੰ ਬੂਰ ਲੱਗਾ, ਧੰਨ ਗੁਰੂ ਅਮਰਦਾਸ ਸਾਹਿਬ ਜੀ ਵੱਲ ਇਸ਼ਾਰਾ ਹੈ। ਇੰਨਾ ਸੇਵਾ ਦਾ ਇਸ ਨੂੰ ਬੂਰ ਲੱਗਾ, ਚੁੱਕੀਆਂ ਨਿਮਲਤਾ ਨਾਲ ਸਭ ਡਾਲੀਆਂ ਨੇ, ਇਹ ਪਰ ਕਿਸੇ ਸ਼ਹੀਦ ਦੇ ਖੂਨ ਬਾਝੋਂ ਆਈਆਂ ਫੁੱਲਾਂ ਤੇ ਅਜੇ ਨਾ ਲਾਲੀਆਂ ਨੇ। ਤਾਂ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਅਗਾਂਹ ਵਧੇ, ਕਹਿਣ ਲੱਗੇ ਪੁੱਛਣ ਵਾਲਿਆ, ਅੱਜ ਇਸ ਦੀਆਂ ਜੜ੍ਹਾਂ ਦੇ ਵਿੱਚ ਅਸੀਂ ਆਪਣੀ ਰੱਤ ਪਿਆਰਿਆ ਚੋ ਦਿੱਤੀ, ਜਿਹੜਾ ਵੱਢੇਗਾ ਉਹਨੂੰ ਵੀ ਮਹਿਕ ਦੇਸੀ, ਚੰਦਨ ਮਾਂਗ ਹੈ ਪਰ ਖੁਸ਼ਬੂ ਦਿੱਤੀ। ਸ਼ਹੀਦਾਂ ਦੇ ਸਰਤਾਜ, ਸ਼ਹੀਦਾਂ ਦੇ ਪਿਤਾ ਸਮਾਨ ਕਹਿ ਲਓ, ਇੱਥੋਂ ਸ਼ਹੀਦੀ ਲਹਿਰ ਤੁਰਦੀ ਹੈ। ਸ਼ਹੀਦ ਸਤਿਗੁਰੂ ਨੇ ਧੰਨ ਗੁਰੂ ਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਸ ਸਿੱਖੀ ਦੇ ਬੂਟੇ ਨੂੰ ਜਿੱਥੇ ਹੋਰ ਗੁਣ ਬਖਸ਼ੇ ਨੇ, ਉੱਥੇ ਆਪਣੇ ਧਰਮ ਵਾਸਤੇ ਮਰਨ ਦੀ ਜਾਚ ਵੀ ਸਾਨੂੰ ਸਿਖਾ ਲਈ। ਅਤੇ ਉਸ ਤੋਂ ਬਾਅਦ ਨਜ਼ਰ ਮਾਰੀਏ ਤਾਂ ਸ਼ਹਾਦਤਾਂ ਅੱਜ ਤੱਕ ਹੁੰਦੀਆਂ ਆ ਰਹੀਆਂ ਅਤੇ ਉਹਨਾਂ ਦਾ ਜੀਵਨ ਬਚਣਾ ਸਾਡਾ ਫਰਜ਼ ਬਣਦਾ ਹੈ ਕਿ ਸਤਿਗੁਰੂ ਐਡੀ ਵੱਡੀ ਕੁਰਬਾਨੀ ਕਰ ਗਏ ਨੇ। ਅੱਜ ਉਹ ਖਾਸ ਦਿਨ ਹੈ ਅਤੇ ਉਸ ਦੇ ਕਾਰਨ ਕਿਉਂ ਇਹ ਵਾਰਦਾਤ ਹੋਈ, ਕਿੱਦਾਂ ਹੋਈ, ਕੌਣ ਕੌਣ ਜ਼ਿੰਮੇਵਾਰ ਸਨ, ਇਹ ਸਾਰਾ ਸਾਨੂੰ ਸੰਖੇਪ ਦੇ ਵਿੱਚ ਜ਼ਰੂਰ ਹਿਸਾਬ ਕਿਤਾਬ ਕਰਨ ਦੀ ਲੋੜ ਹੈ। ਸੋ ਸਿੱਖ ਚੈਨਲ ਵੱਲੋਂ ਇਹ ਉਪਰਾਲਾ ਅਤੇ ਸਭ ਕੁਝ ਦੱਸਣ ਵਾਸਤੇ ਸਤਿਕਾਰਯੋਗ ਭਾਈ ਸਾਹਿਬ ਜੀ, ਭਾਈ ਅਵਤਾਰ ਸਿੰਘ ਜੀ ਹਮੇਸ਼ਾ ਇਸ ਤਰ੍ਹਾਂ ਸਿੱਖ ਚੈਨਲ ਦੇ ਸਟੂਡੀਓ ਵਿੱਚ ਹਾਜ਼ਰ ਨੇ। ਅਤੇ ਜਿਵੇਂ ਆਖ ਦਵਾਂ ਕਿ ਭਾਈ ਸਾਹਿਬ ਜੀ ਇਹ ਇੱਕ ਕਿਸਮ ਦੇ ਇਨਸਾਈਕਲੋਪੀਡੀਆ ਨੇ। ਜਿੱਥੋਂ ਮਰਜ਼ੀ ਇਤਿਹਾਸ ਦੀ ਗੱਲ ਪੁੱਛ ਲਓ, ਬੜੇ ਸਥਿਰਤਾ ਨਾਲ ਨਿਖਾਰ ਕੇ ਤੱਥ ਰੱਖ ਕੇ ਉਹ ਸਾਨੂੰ ਬਿਆਨ ਕਰਦੇ ਨੇ। ਸੋ ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਅਤੇ ਬੁਲਾਉਂਦੇ ਹਾਂ ਭਾਈ ਸਾਹਿਬ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਅੱਜ ਆਪਾਂ ਨੂੰ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਉਹਨਾਂ ਦੇ ਇਤਿਹਾਸ, ਉਹਨਾਂ ਨਾਲ ਸਾਰੇ ਜੋ ਸ਼ਹੀਦੀ ਦਾ ਖਾਸ ਕਰਕੇ ਅੱਜ ਦਿਨ ਹੈ ਉਹਦੇ ਬਾਰੇ ਆਪਾਂ ਇਹਨਾਂ ਤੋਂ ਉਸ ਵੇਲੇ ਦਾ ਇਤਿਹਾਸ ਸਰਵਣ ਕਰਨਾ ਹੈ। ਅਤੇ ਸ਼ੁਰੂ ਗੱਲ ਕਰਦੇ ਹਾਂ ਕਿ ਧੰਨ ਗੁਰੂ
ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਤੋਂ ਪਹਿਲਾਂ 5 ਗੁਰੂ ਸਾਹਿਬਾਨ ਨੇ, 5ਵਾਂ ਗੁਰੂ ਅਰਜਨ ਦੇਵ ਜੀ ਨੇ, 4 ਗੁਰੂ ਸਾਹਿਬਾਨ ਨੇ। ਅਤੇ ਸਵਾਲ ਪੈਦਾ ਹੁੰਦਾ ਹੈ ਕਿ ਕੀ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸ਼ਹਾਦਤ ਦਾ ਕਾਰਨ, ਸ਼ਹਾਦਤ ਦਾ ਬੀਜ ਕੀ ਪੰਜਵੇਂ ਜਾਵੇਂ ਵਿੱਚ ਹੀ ਬੋਇਆ, ਜਾਂ ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਦੋਂ ਜੰਝੂ ਪਹਿਨਣ ਲੱਗੇ ਛੋਟੀ ਅਵਸਥਾ ਦੇ ਵਿੱਚ ਉਸ ਜੰਝੂ ਪਹਿਨਣ ਤੋਂ ਨਾ ਕਰ ਦਿੱਤੀ ਤੇ ਧਰਮ ਦੇ ਠੇਕੇਦਾਰ ਉਦੋਂ ਤੋਂ ਹੀ ਉਹਨਾਂ ਦੇ ਮਨ ਵਿੱਚ ਰੜਕਣ ਲੱਗ ਪਈ ਕਿ ਕੋਈ ਨਾ ਕੋਈ ਗੱਲ ਹੈ। ਕੀ ਇਹ ਵੀ ਉਦੋਂ ਤੋਂ ਨਹੀਂ ਬੋਇਆ ਗਿਆ? ਸੋ ਭਾਈ ਸਾਹਿਬ ਸ਼ੁਰੂ ਕਰੋ ਥੋੜ੍ਹੀ ਜਿਹੀ ਬੈਕਗਰਾਊਂਡ ਹਿਸਟਰੀ ਤੋਂ ਕਿ ਕਦੋਂ ਤੋਂ ਇਹ ਗੱਲ ਚੱਲੀ ਹੈ। ਡਾਕਟਰ ਸਾਹਿਬ ਬਹੁਤ ਧੰਨਵਾਦ ਤੁਹਾਡਾ। ਭਾਈ ਗੁਰਦਾਸ ਜੀ ਦਾ ਬਹੁਤ ਖੂਬਸੂਰਤ ਹਵਾਲਾ ਹੈ। ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਜੀ, ਗੁਰੂ ਨਾਨਕ ਸਾਹਿਬ ਦੇ ਸਮੇਂ ਦੇ ਵਿੱਚ ਧਰਮ ਪੰਖ ਕਰ ਉੱਡਰਿਆ ਵਾਲੀ ਅਵਸਥਾ ਬਣੀ ਹੋਈ ਸੀ। ਧਰਮ ਦੇ ਠੇਕੇਦਾਰ ਬਹੁਤ ਸੀ, ਧਰਮ ਦੀਆਂ ਗੱਲਾਂ ਕਰਨ ਵਾਲੇ ਵੀ ਬਹੁਤ ਸੀ, ਧਰਮ ਵੀ ਬਹੁਤ ਸੀ, ਪਰ ਇਨਸਾਨੀਅਤ ਦੀ ਸੇਵਾ ਕਰਨ ਵਾਲੀ ਗੱਲ, ਮਨੁੱਖਤਾ ਨੂੰ ਉਹ ਵਹਿਮਾਂ ਭਰਮਾਂ ਚੋਂ ਕੱਢਣ ਦੀ ਗੱਲ, ਉਹਨਾਂ ਦਾ ਜੀਵਨ ਪੱਧਰ ਆਰਾਮਦਾਇਕ ਤੇ ਸੁਖਦਾਇਕ ਤੇ ਆਨੰਦਮਈ ਕਰਕੇ ਉਹਨਾਂ ਨੂੰ ਵਾਹਿਗੁਰੂ ਦੇ ਨਾਲ ਜੋੜਨ ਵਾਲੀ ਜਿਹੜੀ ਗੱਲ ਸੀ ਉਹ ਕਿਤੇ ਦਿਖਾਈ ਨਹੀਂ ਦਿੰਦੀ ਸੀ। ਸਾਰਾ ਸਮਾਜ ਕਿਤੇ ਜਾਤ ਪਾਤ ਦੀ ਵੰਡ ਹੈ, ਕਿਤੇ ਵਰਣ ਵੰਡ ਹੈ ਜੀ, ਕਿਤੇ ਕਿਸੇ ਕਿਸਮ ਦੀ ਵੰਡ ਹੈ। ਔਰਤ ਤੇ ਮਰਦ ਦੇ ਦਰਮਿਆਨ ਇੰਨਾ ਵੱਡਾ ਪਾੜਾ ਬਣਾ ਦਿੱਤਾ ਹੈ ਕਿ ਔਰਤ ਨੂੰ ਕਿਸੇ ਕਿਸਮ ਦਾ ਕੋਈ ਅਧਿਕਾਰ ਨਹੀਂ ਦਿੱਤਾ, ਚਾਹੇ ਉਹ ਧਾਰਮਿਕ ਹੋਵੇ ਚਾਹੇ ਸਮਾਜਿਕ ਹੋਵੇ। ਤੇ ਜਿਸ ਵੇਲੇ ਗੁਰੂ ਨਾਨਕ ਸਾਹਿਬ ਨੇ ਨਾ ਫਿਰ ਭਾਈ ਗੁਰਦਾਸ ਜੀ ਦੀ ਜਵਾਨੀ, ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਜਦੋਂ ਗੁਰੂ ਨਾਨਕ ਸਾਹਿਬ ਨੇ ਉਹ ਸਿੱਕਾ ਸੰਸਾਰ 'ਚ ਮਾਰਿਆ ਨਾ, ਫਿਰ ਆਪਣੇ ਨਵੇਂ ਮਤ ਦਾ, ਨਵੇਂ ਧਰਮ ਦਾ, ਨਵੇਂ ਪੰਥ ਦਾ, ਤੇ ਜਿਨ੍ਹਾਂ ਲੋਕਾਂ ਦੇ ਬਣੇ ਹੋਏ ਵਿਸ਼ਵਾਸਾਂ ਨੂੰ ਠੇਸ ਪਹੁੰਚਣੀ ਸੀ ਉਹਨਾਂ ਨੇ ਸ਼ਿਕਾਇਤ ਕਰਨੀ ਸੀ। ਗੁਰੂ ਨਾਨਕ ਦੇਵ ਜੀ ਨੇ ਬਚਪਨ ਦੇ ਵਿੱਚ ਹੀ ਜਨੇਊ ਪਾਉਣ ਤੋਂ ਜਿਸ ਵੇਲੇ ਜਵਾਬ ਦਿੱਤਾ ਸੀ, ਬੇਸ਼ੱਕ ਪੰਡਿਤ ਹਰਦਿਆਲ ਨੂੰ ਇਹ ਗੱਲ ਸਮਝ ਆ ਗਈ ਸੀ ਕਿਉਂਕਿ ਉਹਨੇ ਗੁਰੂ ਨਾਨਕ ਸਾਹਿਬ ਦੀ ਜਨਮ ਪੱਤਰੀ ਬਣਾਈ ਸੀ। ਜਨਮ ਪੱਤਰੀ ਬਣਾਉਣਾ ਸਿੱਖਾਂ ਦਾ ਕੰਮ ਨਹੀਂ ਹੈ, ਪਰ ਗੁਰੂ ਨਾਨਕ ਸਾਹਿਬ ਹਿੰਦੂ ਪਰਿਵਾਰ 'ਚ ਪੈਦਾ ਹੋਏ, ਇਸ ਕਰਕੇ ਪ੍ਰੋਤ ਪਾਸੋਂ ਉਹਨਾਂ ਦੀ ਜਨਮ ਪੱਤਰੀ ਬਣਾਈ ਗਈ। ਤੇ ਉਸੇ ਵੇਲੇ ਹੀ ਪੰਡਿਤ ਹਰਦਿਆਲ ਨੇ ਮਹਿਤਾ ਕਲਿਆਣ ਦਾਸ ਨੂੰ ਕਹਿ ਦਿੱਤਾ ਸੀ, ਕਲਿਆਣ ਦਾਸ ਮਹਿਤਾ ਜੀ, ਤੁਹਾਡਾ ਪੁੱਤਰ ਕੋਈ ਸਧਾਰਨ ਨਹੀਂ ਹੈ, ਜਾਂ ਤਾਂ ਪੂਰੇ ਸੰਸਾਰ ਦੇ ਉੱਤੇ ਚੱਕਰਵਰਤੀ ਰਾਜਾ ਹੋਏਗਾ ਇਹ, ਤੇ ਜਾਂ ਸਾਰੇ ਸੰਸਾਰ ਦੇ ਉੱਤੇ ਇਹਦੀ ਜਿਹੜੀ ਧਾਰਮਿਕ ਇਹਦਾ ਜਿਹੜਾ ਝੰਡਾ ਹੈ ਉਹ ਝੁੱਲੂਗਾ ਇਹਦੇ ਸਾਰੇ ਸੰਸਾਰ ਤੇ। ਤਲਵੰਡੀ ਦਾ ਜਿਹੜਾ ਮਾਹੌਲ ਸੀ ਉਹ ਗੁਰੂ ਨਾਨਕ ਸਾਹਿਬ ਦੇ ਵਿਰੋਧ ਵਿੱਚ ਨਹੀਂ ਸੀ। ਲਾਲਾ ਹਰਦਿਆਲ ਵੀ ਗੁਰੂ ਨਾਨਕ ਸਾਹਿਬ ਦੀ ਵਡਿਆਈ ਮੰਨਦਾ ਸੀ, ਤੇ ਰਾਏ ਬੁਲਾਰ ਜਿਹੜਾ ਉੱਥੇ ਦਾ ਨਾਜ਼ਮ ਹੈ, ਹਾਕਮ ਹੈ, ਉਹ ਵੀ ਗੁਰੂ ਨਾਨਕ ਸਾਹਿਬ ਦੀ ਵਡਿਆਈ ਨੂੰ ਸਵੀਕਾਰ ਕਰਦਾ ਸੀ। ਜੇ ਦੇਖੀਏ ਕਿ ਸਭ ਤੋਂ ਪਹਿਲਾਂ ਪਛਾਣਨ ਵਾਲੀ ਅੱਖ ਗੁਰੂ ਨਾਨਕ ਦੇਵ ਜੀ ਨੂੰ ਪਛਾਣਨ ਵਾਲੀ ਗੱਲ ਤਾਂ ਦਾਈ ਦੌਲਤਾਂ ਹੀ ਸੀ। ਦਾਈ ਦੌਲਤਾਂ ਹੀ ਬਾਹਰ ਆ ਕੇ ਜਦੋਂ ਆਉਂਦੀ ਆ, ਦੌੜੀ ਆ ਕੇ ਮਹਿਤਾ ਨੂੰ ਵਧਾਈ ਦਿੰਦੀ ਆ ਕਿ ਤੇਰੇ ਘਰ ਚੰਦ ਵਰਗਾ ਪੁੱਤਰ ਹੋਇਆ ਹੈ। ਤੇ ਪਹਿਲਾਂ ਉਹ ਕਹਿੰਦੀ ਆ ਜੇ ਪੁੱਤ ਹੋਇਆ ਮਹਿਤਾ ਜੀ ਤਾਂ ਸੋਨੇ ਦੀ ਮੋਹਰ ਲਾਉਂਗੀ। ਤੇ ਜਦੋਂ ਮਹਿਤਾ ਕਲਿਆਣ ਦਾਸ ਉਹਨੂੰ ਇਨਾਮ ਦੇਣ ਲੱਗੇ ਤੇ ਉਹ ਕਹਿੰਦੀ ਹੈ ਦੌਲਤਾਂ, ਨਾ ਮਹਿਤਾ ਜੀ, ਜੋ ਕੁਝ ਮੈਨੂੰ ਅੱਜ ਮਿਲ ਗਿਆ ਹੈ, ਸੰਸਾਰ ਦਾ ਕੋਈ ਪਦਾਰਥ, ਸੰਸਾਰ ਦੀ ਕੋਈ ਵੱਡੀ ਤੋਂ ਵੱਡਾ ਤੋਹਫਾ ਜਿਹੜਾ ਹੈ ਉਹ ਉਹਦੇ ਬਰਾਬਰ ਦਾ ਨਹੀਂ। ਅੱਜ ਮੈਂ ਰੱਬੀ ਨੂਰ ਦੇ ਦਰਸ਼ਨ ਕੀਤੇ ਹੈ। ਜਨਮ ਸਾਖੀ ਨੇ ਬਹੁਤ ਖੂਬਸੂਰਤ ਲਿਖਿਆ। ਜਿਹੜੀ ਗੱਲ ਤੁਸੀਂ ਡਾਕਟਰ ਸਾਹਿਬ ਕੀਤੀ ਹੈ ਭਈ ਤਲਵੰਡੀ ਦੇ ਵਿੱਚ ਬੇਸ਼ੱਕ ਗੁਰੂ ਨਾਨਕ ਸਾਹਿਬ ਦੇ ਵਿਰੋਧ ਵਿੱਚ ਨਹੀਂ ਹਾਲਤ, ਪਰ ਉਸ ਦੇ ਬਾਵਜੂਦ ਵੀ ਸਾਰਾ ਕੋੜਮਾ ਇਕੱਠਾ ਹੋਇਆ ਹੈ। ਪੂਰੇ ਸੰਸਾਰ ਦੇ ਵਿੱਚ ਇਸ ਵੇਲੇ ਹਾਹਾਕਾਰ ਮਚ ਗਈ ਕਿ ਕਲਿਆਣ ਦਾਸ ਦੇ ਪੁੱਤ ਨੇ ਜਨੇਊ ਪਾਉਣ ਤੋਂ ਜਵਾਬ ਦੇ ਦਿੱਤਾ ਹੈ। ਗੱਲ ਸਿਰਫ ਜਨੇਊ ਦੀ ਨਹੀਂ, ਉਸ ਤੋਂ ਬਾਅਦ ਜਦੋਂ ਬਾਬਾ ਤੁਰਿਆ ਕੀਰਤਨ ਕਰਨ ਵਾਸਤੇ, ਜਗਤ ਜਲੰਧਰ ਨੂੰ ਠਾਰਨ ਵਾਸਤੇ ਪ੍ਰਚਾਰ ਦੌਰਿਆਂ ਤੇ ਨਿਕਲਿਆ ਬਾਬਾ ਸੁਲਤਾਨਪੁਰ ਦੀ ਧਰਤੀ ਤੋਂ, ਤੇ ਆਪਣੇ ਨਾਲ ਲਿਆ ਮਰਦਾਨਾ ਡੂਮ। ਸਾਡੇ ਵਾਸਤੇ ਮਰਦਾਨਾ ਜੀ ਬਹੁਤ ਸਤਿਕਾਰਯੋਗ ਨੇ, ਕਿਉਂਕਿ ਮਰਦਾਨਾ ਜੀ ਨੂੰ ਗੁਰੂ ਨਾਨਕ ਸਾਹਿਬ ਨੇ ਆਪਣਾ ਭਾਈ ਬਣਾਇਆ। ਗੁਰੂ ਨਾਨਕ ਸਾਹਿਬ ਨੇ ਕਿਹਾ ਹੈ ਭਾਈ ਜੀ, ਭਾਈ ਜੀ ਇਹ ਸੰਬੋਧਨ ਕਰਦੇ ਨੇ ਉਹ, ਇਸ ਕਰਕੇ ਮਰਦਾਨਾ ਜੀ ਸਾਡੇ ਵਾਸਤੇ ਬਹੁਤ ਸਤਿਕਾਰਯੋਗ ਨੇ। ਪਰ ਉਸ ਸਮਾਜ ਲਈ ਜਿਹਨੂੰ ਬਦਲਣ ਦੀ ਗੱਲ ਗੁਰੂ ਨਾਨਕ ਸਾਹਿਬ ਨੇ ਕੀਤੀ ਹੈ, ਉਸ ਸਮਾਜ ਦੇ ਮੁਤਾਬਕ ਤਾਂ ਇੱਕ ਕਮੀ ਨੀਵੀਂ ਜਾਤ ਦਾ ਮਰਾਸੀ ਡੂਮ ਹੀ ਹੈ ਜਿਹੜਾ ਖੱਤਰੀਆਂ ਦਾ ਇੱਕ ਅਮੀਰ ਘਰ 'ਚ ਪੈਦਾ ਹੋਇਆ ਪੁੱਤ ਉਹਨੂੰ ਲਈ ਫਿਰਦਾ ਸਾਰੇ ਸੰਸਾਰ 'ਚ, ਉਹਦਾ ਵਿਰੋਧ ਹੋਇਆ। ਫਿਰ ਜਿੱਥੇ ਜਿੱਥੇ ਗੁਰੂ ਨਾਨਕ ਸਾਹਿਬ ਗਏ ਕਰਮਕਾਂਡੀ ਬਿਰਤੀਆਂ ਦਾ ਵਿਰੋਧ ਕਰਦੇ ਚਲੇ ਗਏ, ਚਾਹੇ ਹਰਿਦੁਆਰ ਦੇ ਵਿੱਚ ਜਾ ਕੇ ਪਾਣੀ ਗੰਗਾ ਦਾ ਪੁੱਠੇ ਪਾਸੇ ਦੇਣ ਵਾਲੀ ਗੱਲ ਸੀ, ਜਾਂ ਜਗਨਨਾਥਪੁਰੀ 'ਚ ਆਰਤੀ ਦੀ ਗੱਲ ਸੀ, ਜਾਂ ਸਮਾਜ ਦੇ ਲਤਾੜੇ ਹੋਏ ਕੁਚਲੇ ਹੋਏ ਲੋਕ ਕੌਡੇ ਵਰਗਿਆਂ ਨੂੰ ਉੱਚਾ ਚੱਕ ਕੇ ਸਮਾਜ ਵਿੱਚ ਸਤਿਕਾਰਯੋਗ ਥਾਂ ਦਿਵਾਉਣ ਦੀ ਗੱਲ ਸੀ, ਜਿੱਥੇ ਵੀ ਗਏ ਉਹ। ਔਰ ਉਸ ਵੇਲੇ
ਜਿੱਥੇ ਸਧਾਰਨ ਮਨੁੱਖ ਗੁਰੂ ਨਾਨਕ ਸਾਹਿਬ ਦਾ ਸ਼ਰਧਾਲੂ ਬਣਦਾ ਸੀ। ਹਵਾਲੇ ਨੇ ਕਿ ਗੁਰੂ ਨਾਨਕ ਸਾਹਿਬ ਦੇ ਸਮੇਂ ਦੇ ਵਿੱਚ 3 ਕਰੋੜ ਲੋਕਾਂ ਨੇ ਗੁਰੂ ਦੀਖਿਆ ਲਈ। ਬਹੁਤ ਵੱਡੀ ਗਿਣਤੀ ਲੱਗਦੀ ਹੈ। ਮੈਨੂੰ ਕਿਸੇ ਨੇ ਕਿਹਾ, ਪੁੱਛਿਆ ਵੀ ਸੀ ਇਹਦੇ ਬਾਰੇ 'ਚ ਵੀ 3 ਕਰੋੜ ਤਾਂ ਬਹੁਤ ਵੱਡੀ ਗਿਣਤੀ ਹੁੰਦੀ ਹੈ, ਇੰਨੀ ਤਾਂ ਆਬਾਦੀ ਉਦੋਂ ਬਹੁਤ ਘੱਟ ਹੁੰਦੀ ਸੀ। ਸਾਨੂੰ ਆਬਾਦੀ ਸਿਰਫ ਭਾਰਤ ਦੀ ਹੀ ਨਹੀਂ ਗੋਲਣੀ ਚਾਹੀਦੀ, ਮੱਕੇ ਮਦੀਨੇ ਤੱਕ। ਬਗਦਾਦ ਦਾ ਪੀਰ ਬਹਿਲੋਲ ਵੀ ਗੁਰੂ ਨਾਨਕ ਦਾ ਸਿੱਖ ਬਣਿਆ ਸੀ, ਸਾਰਾ ਮਿਡਲ ਈਸਟ। ਦਸਤਗੀਰ ਵੀ ਗੁਰੂ ਨਾਨਕ ਦਾ ਸਿੱਖ ਬਣਿਆ ਸੀ। ਹੁਣ ਤਾਂ ਗੱਲਾਂ ਆ ਗਈਆਂ ਕਿ ਅਜ਼ਰਬਾਈਜਾਨ ਤੱਕ, ਰੋਮ ਤੱਕ ਗੁਰੂ ਨਾਨਕ ਸਾਹਿਬ ਗਏ ਆਪਣੇ ਪ੍ਰਚਾਰ ਦੌਰਿਆਂ ਤੇ। 3 ਕਰੋੜ ਲੋਕਾਂ ਨੂੰ ਗੁਰਦੀਖਿਆ ਗੁਰੂ ਨਾਨਕ ਸਾਹਿਬ ਦੇ ਸਮੇਂ ਦੇ ਵਿੱਚ ਪ੍ਰਾਪਤ ਹੋ ਜਾਣੀ, ਇਹ ਗੈਰ ਸਿੱਖ ਇਤਿਹਾਸਕਾਰਾਂ ਦੇ ਹਵਾਲੇ ਨੇ। ਉਹਨੇ ਦੁਨੀਆ ਦੇ ਧਾਰਮਿਕ ਇਤਿਹਾਸ ਦੇ ਵਿੱਚ ਹਾਹਾਕਾਰ ਮਚਾ ਦਿੱਤੀ ਸੀ। ਜਿਨ੍ਹਾਂ ਲੋਕਾਂ ਦੇ ਥੱਲੇੋਂ ਏਡੀ ਵੱਡੀ ਜ਼ਮੀਨ ਨਿਕਲ ਗਈ। ਔਰ ਉਸ ਤੋਂ ਬਾਅਦ, ਆਪਣੇ ਤੋਂ ਬਾਅਦ ਗੁਰੂ ਨਾਨਕ ਸਾਹਿਬ ਨੇ ਗੁਰਗੱਦੀ ਆਪਣੇ ਪੁੱਤਰਾਂ ਨੂੰ ਨਾ ਦੇ ਕੇ, ਇਹ ਵੀ ਨਵੀਂ ਰੀਤ ਤੋਰੀ, ਇਹ ਨਵੀਂ ਰੀਤ ਤੋਰੀ, ਪਰਖ ਲੈ ਕੇ, ਐਵੇਂ ਨਹੀਂ ਦੇ ਦਿੱਤੀ ਭਈ ਤੂੰ ਮੇਰਾ ਪੁੱਤਰ ਹੈ। ਗੁਰਗੱਦੀ ਕੋਈ ਵਿਰਾਸਤੀ ਹੱਕ ਨਹੀਂ ਹੈ। ਇਹ ਭਾਈ ਲਹਿਣੇ ਨੂੰ ਯੋਗ ਜਾਣ ਕੇ, ਉਹਦੀਆਂ ਪ੍ਰੀਖਿਆਵਾਂ ਲੈ ਕੇ, ਸਾਰਾ ਕੁਝ ਦੇ ਕੇ, ਉਹਨੂੰ ਹਦਾਇਤਾਂ ਦੇ ਕੇ, ਉਹ ਪੋਥੀ ਪਰਮੇਸ਼ਰ ਕਾ ਥਾਨ ਉਹਦੇ ਹਵਾਲੇ ਕਰਕੇ, ਆਪ ਉਹਨੂੰ ਤਖਤ ਤੇ ਬਿਠਾ ਕੇ ਭਾਈ ਲਹਿਣਾ ਜੀ ਨੂੰ ਗੁਰੂ ਅੰਗਦ ਦੇਵ ਬਣਾ ਕੇ ਆਪ ਉਹਨੂੰ ਮੱਥਾ ਟੇਕ ਦੇਣਾ ਤੇ ਸਾਰਿਆਂ ਨੂੰ ਹੁਕਮ ਕਰ ਦੇਣਾ, ਅੱਜ ਤੋਂ ਬਾਅਦ ਗੁਰੂ ਅੰਗਦ ਦੇਵ ਨੇ। ਸੋ ਇਹ ਤਾਂ ਹੋਈ ਭਾਈ ਸਾਹਿਬ ਜੀ ਜਿਹੜੀ ਧਾਰਮਿਕ ਪੱਖ, ਜਿਹੜੇ ਧਰਮ ਦੇ ਚੌਧਰੀ ਸੀਗੀ, ਉਹਨਾਂ ਦੀ ਗੱਲ ਕਿ ਜਾਤ ਪਾਤ ਦਾ ਕੋਡ, ਜੰਜੂ ਨਹੀਂ ਪਾਉਣਾ, ਹੋਰ ਰੀਤਾਂ ਰੀਤਾਂ ਜਿਹਨਾਂ ਉਹ ਬਣਾਈਆਂ ਸੀ ਆਪਣੀ ਰੋਟੀ ਰੋਜੀ ਪੂਰੀ ਕਰਨ ਵਾਸਤੇ। ਉਹ ਜਿਹੜਾ ਧਾਰਮਿਕ ਪੱਖ ਸੀ, ਧਾਰਮਿਕ ਵਿਰੋਧੀ ਸੀ, ਲੀਡਰ ਸੀ ਉਸ ਵੇਲੇ, ਉਹ ਖਿਲਾਫ ਹੋਏ। ਕੀ ਰਾਜਸੀ ਬਿਲਕੁਲ ਲੀਡਰ ਵੀ ਕੋਈ ਇਹਨਾਂ ਦੇ ਖਿਲਾਫ ਸੀ? ਪੂਰੇ ਸੰਸਾਰ ਦੇ ਵਿੱਚ ਬਾਬਰ ਦਾ ਕਿਸੇ ਨੇ ਰਸਤਾ ਨਹੀਂ ਰੋਕਿਆ। ਬਾਬਰ ਆਇਆ ਕਾਬਲ ਤੋਂ ਜੀ, ਖੁਰਾਸਾਨ ਖਸਮਾਨਾ ਕੀਆ, ਹਿੰਦੁਸਤਾਨ ਡਰਾਇਆ, ਆਪਣੇ ਦੋਸ਼ ਨੇ ਦੇਈ ਕਰਤਾ, ਜੰਮ ਕਰ ਮੁਗਲ ਚੜਾਇਆ। ਜੰਮ ਦੇ ਰੂਪ ਦੇ ਵਿੱਚ ਬਾਬਰ ਹਿੰਦੁਸਤਾਨ ਦੇ ਉੱਤੇ ਹਮਲਾਵਰ ਬਣ ਕੇ ਆਇਆ, ਕਤਲੋ ਗਾਰਦ ਕਰਦਾ ਹੈ। ਗੁਰੂ ਨਾਨਕ ਸਾਹਿਬ ਉਹਦਾ ਰਸਤਾ ਰੋਕ ਲੈਂਦੇ ਨੇ। ਕਿਹੋ ਜਿਹਾ ਹੱਕ ਮੈਂ ਤੂੰ, ਜੇ ਸਕਤਾ ਸਕਤੇ ਕੋ ਮਾਰੇ ਤਾਂ ਮਨ ਰੋਸ ਨਾ ਹੋਈ, ਸਕਤਾ ਸ਼ੀ ਮਾਰੇ ਪੈ ਬੱਗੇ। ਵੀ ਕੀ ਤੂੰ ਗਰੀਬ ਲੋਕਾਂ ਨੂੰ ਮਾਰ ਕੇ ਆਪਣੇ ਆਪ ਦਾ ਬਹਾਦਰੀ ਸਾਬਤ ਕਰ ਰਿਹਾ? ਬਾਬਰ ਵੀ ਗੁਰੂ ਨਾਨਕ ਸਾਹਿਬ ਦਾ ਅਸਰ ਕਬੂਲ ਕਰ ਲੈਂਦਾ ਹੈ। ਔਰ ਬਾਬਰ ਤੋਂ ਬਾਅਦ ਜਿਹੜੇ ਬਾਕੀ ਦੇ ਲੋਧੀ ਸਨ, ਜਦੋਂ ਗੱਲ ਲੋਕ ਲਹਿਰ ਦੀ ਕਰੀਏ ਅਸੀਂ, ਮੈਂ ਸਿੱਖ ਧਰਮ ਨੂੰ ਇੱਕ ਲਹਿਰ ਦੇ ਰੂਪ ਦੇ ਵਿੱਚ ਵੇਖਦਾ। ਲਹਿਰ ਜਿਹੜੀ ਹੈ, ਜਿੱਥੇ ਅਧਿਆਤਮਿਕ ਤੌਰ ਦੇ ਉੱਤੇ ਅਗਵਾਈ ਕਰਦੀ ਹੈ, ਸਮਾਜਿਕ ਤੌਰ ਤੇ ਅਗਵਾਈ ਕਰਦੀ ਹੈ, ਉਹਦੇ ਨਾਲ ਹੀ ਰਾਜਨੀਤਿਕ ਤੌਰ ਤੇ ਵੀ ਇੱਕ ਅਵੇਅਰਨੈਸ ਕ੍ਰੀਏਟ ਕਰਦੀ ਹੈ, ਉਹਨਾਂ ਦੇ ਅੰਦਰ ਜਾਗਰਤੀ ਪੈਦਾ ਕਰਦੀ ਹੈ। ਜਦੋਂ ਇੰਨੀ ਵੱਡੀ ਗਿਣਤੀ ਦੇ ਵਿੱਚ ਲੋਕ ਸਿੱਖ ਧਰਮ ਨੂੰ ਮੰਨਣ ਵਾਲੇ ਹੋ ਗਏ ਸੀ, ਤਾਂ ਸਮੇਂ ਦਾ ਜਿਹੜਾ ਹਾਕਮ ਸੀ ਉਹਦੇ ਵੀ ਕੰਨ ਖੜੇ ਹੋ ਗਏ ਸੀ। ਜਹਾਂਗੀਰ ਨੇ ਲਿਖੀ ਗੱਲ ਹੈ, ਆਪਾਂ ਉਹਦੀ ਗੱਲ ਕਰਾਂਗੇ। ਜਿਸ ਵੇਲੇ ਹਮਾਜੂ ਸ਼ੇਰ ਸ਼ਾਹ ਸੂਰੀ ਤੋਂ ਹਾਰ ਕੇ ਗੋਇੰਦਵਾਲ ਸਾਹਿਬ ਗੁਰੂ ਅੰਗਦ ਦੇਵ ਜੀ ਦੇ ਖਡੂਰ ਸਾਹਿਬ ਗੁਰੂ ਅੰਗਦ ਦੇਵ ਜੀ ਦੇ ਕੋਲ ਆਉਂਦਾ ਹੈ, ਜਦੋਂ ਉਹਦਾ ਪਰਵਾਹ ਨਹੀਂ ਕਰਦੇ, ਉਹ ਆਪਣੇ ਬੱਚਿਆਂ ਨੂੰ ਪੜ੍ਹਾਈ ਜਾਂਦੇ ਨੇ ਗੁਰਮੁਖੀ, ਉਹ ਕਿਰਪਾਨ ਨੂੰ ਹੱਥ ਪਾਉਂਦਾ ਤੇ ਗੁਰੂ ਅੰਗਦ ਸਾਹਿਬ ਨੇ ਕਹਿਤਾ ਬੜਾ ਬਹਾਦਰ ਹੈ ਤੂੰ। ਮੈਦਾਨੇ ਜੰਗ ਤੇ ਉਹਦਾ ਬਹਾਦਰ, ਆਪਣੇ ਵਿਰੋਧੀ ਕੋਲੋਂ ਹਾਰ ਕੇ ਦੌੜਾ ਆਉਣਾ ਤੂੰ, ਮੈਦਾਨ ਛੱਡ ਕੇ, ਤੇ ਧਾਰਮਿਕ ਲੋਕਾਂ ਦੇ ਸਾਹਮਣੇ ਕਿਰਪਾਨ ਕੱਢਦਾ ਤੂੰ। ਉਹ ਹਮਾਜੂ ਨੂੰ ਜਦੋਂ ਇੰਨਾ ਚੈਲੰਜ ਕੀਤਾ ਹੋਏਗਾ, ਬੇਸ਼ੱਕ ਹਮਾਜੂ ਨੇ ਉਹਦਾ ਬੁਰਾ ਨਹੀਂ ਮਨਾਇਆ ਤੇ ਉਹਨਾਂ ਕੋਲੋਂ ਆਸ਼ੀਰਵਾਦ ਲੈ ਕੇ ਵਾਪਸ ਕਾਬਲ ਤੋਂ ਫੌਜ ਲੈ ਕੇ ਹਾਕਮ ਬਣ ਗਿਆ। ਜਿੱਥੇ ਜਿੱਥੇ ਗੁਰੂ ਨਾਨਕ ਸਾਹਿਬ ਬਾਬੇ ਕੇ ਤੇ ਬਾਬਰ ਕੇ ਬਰਾਬਰ ਚੱਲਦੇ ਗਏ। ਅਕਬਰ 1605 ਨੂੰ ਮਰਦਾ, ਜਿਹਦੀ ਆਪਾਂ ਗੱਲ ਕਰਾਂਗੇ, 1605 ਤੱਕ ਉਹਨਾਂ ਦਾ ਜਿਹੜੀ ਨੀਤੀ ਸੀ ਸਿੱਖ ਧਰਮ ਦੇ ਨਾਲ ਮਿਲਵਰਤਨ ਵਾਲੀ ਨੀਤੀ ਸੀ। ਰਾਜਨੀਤਿਕ ਤਾਕਤ ਦਾ ਸਿੱਖ ਧਰਮ ਦੇ ਨਾਲ ਮਿਲਵਰਤਨ ਕਰਨਾ ਜਿਹੜਾ ਉਸ ਵੇਲੇ ਦੇ ਮੁਤਸਵੀ ਨਾ ਪੰਡਤਾਂ ਨੂੰ ਰਾਸ ਆਉਂਦਾ ਸੀ ਤੇ ਨਾ ਮੁਲਾਣਿਆਂ ਨੂੰ ਰਾਸ ਆਉਂਦਾ ਸੀ, ਤੇ ਨਾ ਹੀ ਉਹ ਜਿਹੜੇ ਸੂਫੀ ਫਿਰਕੇ ਸੀ ਜਿਹੜੇ ਭਾਰਤ ਦੇ ਵਿੱਚ ਈਰਾਨ ਵਗੈਰਾ ਦੇਸ਼ਾਂ ਚੋਂ ਆ ਕੇ ਇਸਲਾਮ ਦਾ ਪ੍ਰਚਾਰ ਕਰਨ ਵਾਸਤੇ ਆਏ ਬੈਠੇ ਸੀ, ਉਹਨਾਂ ਨੂੰ ਸੂਟ ਕਰਦਾ ਸੀ। ਉਹਨਾਂ ਨੇ ਸ਼ਿਕਾਇਤਾਂ ਕੀਤੀਆਂ। ਗੁਰੂ ਅਮਰਦਾਸ ਜੀ ਦੇ ਵੇਲੇ ਅਕਬਰ ਦੇ ਕੋਲ ਸ਼ਿਕਾਇਤ ਹੋਈ ਜਦੋਂ ਉਹ ਲਾਹੌਰ ਆਇਆ, ਤੇ ਗੁਰੂ ਅਮਰਦਾਸ ਜੀ ਨੇ ਬਾਬਾ ਜੇਠਾ ਜੀ ਨੂੰ, ਭਾਈ ਜੇਠਾ ਜੀ ਨੂੰ ਭੇਜਿਆ ਉੱਥੇ ਆਪਣਾ ਪੱਖ ਸਪਸ਼ਟ ਕਰਨ ਵਾਸਤੇ ਵਕੀਲ ਬਣਾ ਕੇ। ਜਦੋਂ ਬਾਬਾ ਜੇਠਾ ਜੀ ਨੇ, ਰਾਮਦਾਸ ਜੀ ਨੇ ਅਕਬਰ ਨੂੰ ਸਾਰਾ ਕੁਝ ਦੱਸਿਆ, ਅਕਬਰ ਇੰਨਾ ਪ੍ਰਭਾਵਿਤ ਹੋਇਆ ਕਿ ਵਾਪਸ ਗੋਇੰਦਵਾਲ ਆਇਆ ਔਰ ਆ ਕੇ ਉਹੀ ਸ਼ਰਤ ਪਹਿਲੇ ਪੰਗਤ ਪਾਛੇ ਸੰਗਤ ਵਾਲੀ ਨੂੰ ਪੂਰਾ ਕਰਦਾ ਹੋਇਆ। ਕਹਿੰਦੇ ਨੇ, ਮੈਂ ਅੱਜ ਹੀ ਹਵਾਲਾ ਦੇਖਦਾ ਸੀ ਵੀ ਜਦੋਂ ਅਕਬਰ ਨੂੰ ਹੁਕਮ ਹੋਇਆ ਨਾ ਲਾਈਨ 'ਚ ਬੈਠਣਾ, ਤੇ ਅਕਬਰ ਦੇ ਅਹਿਲਕਾਰ ਦੁਸ਼ਾਲੇ ਲੈ ਕੇ ਆ ਗਏ ਥੱਲੇ ਵਿਛਾਉਣ ਵਾਸਤੇ। ਅਕਬਰ ਨੇ ਰੋਕ ਦਿੱਤਾ ਉਹਨਾਂ ਨੂੰ। ਇਹ ਖੁਦਾ ਦਾ ਦਰ ਹੈ,
ਜੇ ਖੁਦਾ ਦੇ ਦਰ ਦੇ ਉੱਤੇ ਰਿਵਾਜ ਹੈ ਕਿ ਸਾਰਿਆਂ ਨੇ ਬਰਾਬਰ ਬੈਠਣਾ ਹੈ ਤੇ ਮੇਰੇ ਵਾਸਤੇ ਦੁਰਛਾਲੇ ਨਹੀਂ ਵਿਛਾਏ ਜਾ ਸਕਦੇ, ਮੈਂ ਇਹਨਾਂ ਦੇ ਬਰਾਬਰ ਹੀ ਬੈਠਾਂਗਾ। ਤੇ ਉਦੋਂ ਉਹਨੇ ਜਗੀਰ ਦੇਣ ਦੀ ਵੀ ਗੱਲ ਕੀਤੀ। ਸਾਰਾ ਕੁਝ ਹੋਇਆ, ਸ਼ਿਕਾਇਤਾਂ ਹੁੰਦੀਆਂ ਰਹੀਆਂ, ਪਰ ਉਹਨਾਂ ਦੀਆਂ ਸ਼ਿਕਾਇਤਾਂ ਜਿਹੜੀਆਂ ਸੀਗੀਆਂ ਉਹਨਾਂ ਨੂੰ ਫਲ ਨਾ ਲੱਗਾ ਕੋਈ, ਕਿਉਂਕਿ ਅਕਬਰ ਦੀ ਜਿਹੜੀ ਨੀਤੀ ਸੀ ਉਹ ਬਹੁਤ ਮਿਲਵਰਤਨ ਵਾਲੀ ਸੀ ਤੇ ਅਕਬਰ ਨੇ ਬਹੁਤ ਲੰਬਾ ਸਮਾਂ ਭਾਰਤ 'ਤੇ ਰਾਜ ਕੀਤਾ ਹੈ। ਕਿਉਂਕਿ ਅਕਬਰ ਤੋਂ ਪਹਿਲਾਂ ਜਿਹੜੇ ਵਡੇਰੇ ਸਨ, ਬਾਬਰ ਦੀ ਗੱਲ ਕੀ ਤੁਸੀਂ ਕੀਤੀ ਹੈ, ਤਕਰੀਬਨ 50 ਸਾਲ ਅਕਬਰ ਨੇ ਰਾਜ ਕੀਤਾ। ਹਾਂ, ਬਾਬਰ ਸਾਰੀ ਇੱਧਰੋਂ ਮਿਡਲ ਈਸਟ ਤੋਂ ਸਾਰੀ ਦੁਨੀਆ ਜਿੱਦਾਂ ਆਉਂਦਾ ਹੈ ਜੀ, ਅੜਿਆ ਹੈ। ਤੇ ਬਾਬਾ ਨਾਨਕ ਇੱਕ ਪਾਸੇ ਗੁਰੂ ਨਾਨਕ ਦੇਵ ਜੀ, ਭਾਈ ਮਰਦਾਨਾ ਉਹ ਖੜੇ ਨੇ, ਤੇ ਦੂਸਰੇ ਪਾਸੇ ਬਾਬਰ ਐਡੀ ਵੱਡੀ ਫੌਜ ਲੈ ਕੇ ਉਹਦੇ ਘੋੜੇ ਦੀ ਲਗਾਮ ਨੂੰ ਆ ਕਹਿੰਦਾ ਤੂੰ ਬਾਬਰ ਨਹੀਂ, ਤੂੰ ਜਾਬਰ ਹੈ। ਕਿਹੋ ਜਿਹਾ ਸਮਾਜ ਬਾਬੇ ਦਾ ਦਿਲ ਹੋਵੇਗਾ। ਉਹ ਲੋਕ, ਉਹ ਜਿਹੜੀ ਰਾਜਨੀਤਿਕ ਸੀ ਇੱਕ ਵਿਰੋਧ, ਬੇਸ਼ੱਕ ਅਕਬਰ ਦੇ ਦਰਬਾਰ ਦੇ ਵਿੱਚ ਉਹਨਾਂ ਮੁਲਾਣਿਆਂ ਦੀ ਪੇਸ਼ ਨਹੀਂ ਜਾਂਦੀ ਸੀ, ਪਰ ਇੱਕ ਜਿਹੜੀ ਲੌਬੀ ਸੀ ਉਹ ਚੱਲੀ ਅਕਬਰ ਦੇ ਬਰਾਬਰ, ਉਹ ਬਰਾਬਰ ਤਕੜੀ ਹੁੰਦੀ ਆਉਂਦੀ ਸੀ। ਜਿਸ ਵੇਲੇ ਗੁਰੂ ਅਮਰਦਾਸ ਜੀ ਨੇ 22 ਮੰਜੀਆਂ ਸਥਾਪਿਤ ਕਰਕੇ ਇੱਕ ਜਥੇਬੰਦਕ ਤਰੀਕੇ ਦੇ ਨਾਲ ਇੱਕ ਲਹਿਰ ਨੂੰ ਸੰਗਠਿਤ ਕਰ ਦਿੱਤਾ। ਪਹਿਲਾਂ ਤਾਂ ਨਾ ਕਿ ਬਾਬਾ ਜੀ ਆਪ ਜਿੱਥੇ ਜਾਂਦੇ ਨੇ ਪ੍ਰਚਾਰ ਕਰਦੇ ਨੇ, ਜਦੋਂ 22 ਕੇਂਦਰ, 22 ਮੰਜੀਆਂ ਤੇ 52 ਪੀੜੇ, 74 ਕੇਂਦਰ ਪ੍ਰਚਾਰ ਦੇ ਨੀਅਤ ਕਰ ਦਿੱਤੇ ਜਾਂਦੇ ਹੈ, ਤੇ ਇੱਕ ਬਹੁਤ ਵੱਡਾ ਇਨਕਲਾਬੀ ਕਦਮ ਸੀ ਇਹ। ਅਸੀਂ ਇਹਦੇ ਵੱਲ ਧਿਆਨ ਹੀ ਨਹੀਂ ਦਿੱਤਾ ਕਦੇ। ਤੇ ਹਕੂਮਤਾਂ ਹਮੇਸ਼ਾ ਲੋਕ ਲਹਿਰਾਂ ਤੋਂ ਹਮੇਸ਼ਾ ਖਿਆਲ ਰੱਖਦੀਆਂ ਹੁੰਦੀਆਂ ਕਿ ਲੋਕ ਲਹਿਰ ਕਦੇ ਵੀ ਬਾਗੀ ਹੋ ਕੇ ਸਾਡੀ ਹਕੂਮਤ ਵਾਸਤੇ ਖਤਰਾ ਬਣ ਸਕਦੀ ਹੈ। ਉਸ ਤੋਂ ਬਾਅਦ ਗੁਰੂ ਰਾਮਦਾਸ ਜੀ ਨੇ ਮਸੰਦ ਤੇ ਦਸਵੰਧ ਰਸ ਸ਼ੁਰੂ ਕੀਤਾ। ਫਿਰ ਸਮਾਂ ਆਇਆ ਗੁਰੂ ਅਰਜਨ ਦੇਵ ਜੀ ਦਾ। ਇਹ ਸਾਰਾ ਕੁਝ ਚੱਲਦਾ ਆ ਰਿਹਾ। 1469 ਤੋਂ ਲੈ ਕੇ 1581 ਨੂੰ ਗੁਰੂ ਅਰਜਨ ਦੇਵ ਮਹਾਰਾਜ ਗੁਰਗੱਦੀ ਤੇ ਬੈਠਦੇ ਨੇ। 112 ਸਾਲ ਹੋ ਗਏ ਨੇ ਗੁਰੂ ਨਾਨਕ ਸਾਹਿਬ ਨੂੰ ਇਸ ਸੰਸਾਰ ਦੇ ਵਿੱਚ ਪ੍ਰਕਾਸ਼ਮਾਨ ਹੋਇਆ। ਬਾਬਰ ਕੇ ਤੇ ਬਾਬੇ ਕੇ ਬਰਾਬਰ ਚੱਲੇ ਉਹਨੇ, ਬਰਾਬਰ ਡਿਵੈਲਪ ਹੁੰਦੇ ਆ ਰਹੇ। ਅਕਬਰ ਦਾ ਉਸ ਵੇਲੇ ਰਾਜ ਆ ਜਿਸ ਵੇਲੇ ਗੁਰੂ ਅਰਜਨ ਦੇਵ ਜੀ ਗੁਰਗੱਦੀ ਤੇ ਬਿਰਾਜਮਾਨ ਹੁੰਦੇ ਨੇ। ਗੁਰੂ ਅਰਜਨ ਸਾਹਿਬ ਪਹਿਲੇ ਗੁਰੂ ਹਸਤੀ ਹੈ ਜਿਨ੍ਹਾਂ ਦਾ ਪ੍ਰਕਾਸ਼ ਗੁਰੂ ਪਰਿਵਾਰ ਦੇ ਵਿੱਚ ਹੋਇਆ। ਹਾਂਜੀ, ਗੁਰੂ ਨਾਨਕ ਸਾਹਿਬ ਜਗਤ ਗੁਰੂ ਨੇ, ਪ੍ਰਥਮ ਗੁਰੂ ਹੈ। ਗੁਰੂ ਅੰਗਦ ਦੇਵ ਜੀ ਭਾਈ ਲਹਿਣਾ ਜੀ ਦੇ ਰੂਪ ਦੇ ਵਿੱਚ ਆਏ। ਬਾਬਾ ਅਮਰਦਾਸ ਜੀ ਪਹਿਲਾਂ ਗੰਗਾ ਤੇ ਇਸ਼ਨਾਨ ਕਰਨ ਜਾਂਦੇ ਰਹੇ। ਗੁਰੂ ਰਾਮਦਾਸ ਜੀ ਲਾਹੌਰ ਮੰਡੀ ਦੇ ਵਿੱਚ ਚੂਨਾ ਮੰਡੀ 'ਚ ਪੈਦਾ ਹੋਏ, ਯਤੀਮਾਂ ਵਾਲੀ ਜ਼ਿੰਦਗੀ ਭੋਗਦੇ ਆਏ। ਤੇ ਗੁਰੂ ਅਰਜਨ ਸਾਹਿਬ ਪਹਿਲੇ ਸ਼ਖਸ ਨੇ ਜਿਨ੍ਹਾਂ ਦੇ ਪਿਤਾ ਨੇ ਧੰਨ ਗੁਰੂ ਰਾਮਦਾਸ ਜੀ ਤੇ ਮਾਤਾ ਹੈ ਬੀਬੀ ਭਾਨੀ ਜੀ। ਤੇ ਬੀਬੀ ਭਾਨੀ ਹੈ ਜਿਹੜੀ ਧੰਨ ਗੁਰੂ ਅਮਰਦਾਸ ਜੀ ਦੀ ਬੱਚੀ ਹੈ। ਉਹਨਾਂ ਦੇ ਘਰ ਗੁਰੂ ਅਰਜਨ ਦੇਵ ਜੀ ਦਾ 15 ਅਪ੍ਰੈਲ 1563 ਨੂੰ ਗੋਇੰਦਵਾਲ ਸਾਹਿਬ ਵਿਖੇ ਪ੍ਰਕਾਸ਼ ਹੁੰਦਾ ਹੈ। ਤੇ ਜਨਮ ਸਮੇਂ ਇਹਨਾਂ ਦੇ ਨਾਨਾ ਜੀ ਧੰਨ ਗੁਰੂ ਅਮਰਦਾਸ ਜੀ ਗੁਰਗੱਦੀ ਤੇ ਵਿਰਾਜਮਾਨ ਨੇ। ਨਾਨਾ ਜੀ ਤੇ ਬਣਨ ਵਾਲੇ ਗੁਰੂ ਪਿਤਾ ਨੇ, ਜਿਨ੍ਹਾਂ ਨੇ ਗੁਰੂ ਬਣਨਾ ਪਿਤਾ ਜੀ, ਉਹਨਾਂ ਦੀ ਛਤਰ ਛਾਇਆ ਹੇਠ ਪਹਿਲੇ ਦਿਨ ਤੋਂ ਹੀ ਉਹਨਾਂ ਦੀ ਪਾਲਣਾ ਪੋਸ਼ਣਾ ਹੋ ਰਹੀ ਹੈ। ਤੇ ਮਾਤਾ ਵੀ ਕੋਈ ਸੁਧਾਰਨ ਨਹੀਂ ਹੈ, ਮਾਤਾ ਭਾਨੀ ਧੰਨ ਗੁਰੂ ਅਮਰਦਾਸ ਜੀ ਦੀ, ਜਿਹਨੇ ਬੜਾ ਲੰਬਾ ਸਮਾਂ ਸੇਵਾ ਕੀਤੀ ਹੈ। ਤੇ ਗੁਰੂ ਅਰਜਨ ਦੇਵ ਜੀ ਦੇ 2 ਵੱਡੇ ਭਰਾ ਹੋਰ ਵੀ ਨੇ, ਪ੍ਰਿਥੀ ਚੰਦ ਹੈ ਤੇ ਇੱਕ ਹੋਰ ਹੈ। 3 ਭਰਾ ਨੇ, ਇਹ ਸਭ ਤੋਂ ਛੋਟੇ ਨੇ। ਇਹ ਨਾਨੇ ਦੇ ਨਾਲ ਬਹੁਤ ਨੇੜਤਾ ਹੈ, ਬਚਪਨ ਤੋਂ ਹੀ ਗੁਰਬਾਣੀ ਦੇ ਨਾਲ ਬਹੁਤ ਪਿਆਰ ਹੈ, ਬਹੁਤ ਤੀਖਣ ਬੁੱਧੀ ਦੇ ਮਾਲਕ ਨੇ। ਤੇ ਬਚਪਨ ਦੇ ਵਿੱਚ ਹੀ ਨਾਨਾ ਗੁਰੂ ਅਮਰਦਾਸ ਜੀ ਦੋਹਤਾ ਬਾਣੀ ਦਾ ਬੋਹਿਥਾ ਦਾ ਦੇ ਦਿੰਦੇ ਨੇ, ਅਸੀਸ ਦੇ ਦਿੰਦੇ ਨੇ, ਬਖਸ਼ ਦਿੰਦੇ ਨੇ ਇਹਨੂੰ। ਫਿਰ ਸਮਾਂ ਆਉਂਦਾ ਹੈ ਜਦੋਂ ਧੰਨ ਗੁਰੂ ਰਾਮਦਾਸ ਜੀ ਸੱਚੇ ਪਾਤਸ਼ਾਹ ਜੋਤੀ ਜੋਤ ਸਮਾਉਣ ਤੋਂ ਕੁਝ ਸਮਾਂ ਪਹਿਲਾਂ ਇਹਨਾਂ ਨੂੰ ਜਿਹੜਾ ਅਗਸਤ 1581 ਨੂੰ ਤਕਰੀਬਨ 18 ਸਾਲ 4 ਮਹੀਨੇ ਦੀ ਉਮਰ ਦੇ ਵਿੱਚ 5ਵੇਂ ਨਾਨਕ ਦੀ ਜ਼ਿੰਮੇਵਾਰੀ ਜਿਹੜੀ ਹੈ ਉਹ ਸੌਂਪ ਦਿੱਤੀ ਜਾਂਦੀ ਹੈ। ਜੀ, ਸੋ ਇਹ ਸਾਰਾ ਲੰਮਾ ਸਮਾਂ ਗੁਰੂ ਨਾਨਕ ਦੇਵ ਜੀ ਤੋਂ ਚੱਲ ਕੇ ਹੌਲੀ ਜੋ ਇੱਕ ਤਾਂ ਸਮਾਜ ਸੁਧਾਰ ਦੀ ਲਹਿਰ ਚਲਾਈ ਸੀ ਕਿ ਜਿਹਨੇ ਸਮਾਜ ਵਿੱਚ ਕ੍ਰਿਤੀਆਂ ਨੇ। ਗੁਰੂ ਸਾਹਿਬ ਦਾ ਗੁਰੂ ਨਾਨਕ ਦੇਵ ਜੀ ਲਾਓ, ਗੁਰੂ ਅੰਗਦ ਦੇਵ ਜੀ, ਫਿਰ ਬਾਬਾ ਅਮਰਦਾਸ ਜੀ, ਗੁਰੂ ਅਮਰਦਾਸ ਜੀ, ਜਿਹਨਾਂ ਸਤੀ ਦੀ ਰਸਮ, ਸਤੀ ਦੀ ਰਸਮ ਹੀ ਨਹੀਂ, ਹਿੰਦੂਆਂ ਤੇ ਲੱਗਣ ਵਾਲਾ ਜਿਹੜਾ ਜਜ਼ੀਆ ਸੀ, ਟੈਕਸ ਸੀਗਾ ਤੀਰਥ ਯਾਤਰਾ ਤੇ ਜਾਣ ਵਾਲਾ, ਉਹ ਹਟਾਇਆ। ਉਹ ਪੰਡਤ ਜਿਹੜਾ ਜ਼ਬਰਦਸਤੀ ਔਰਤਾਂ ਦੇ ਉੱਤੇ ਇੰਨਾ ਜ਼ੁਲਮ ਕਰਦਾ ਸੀ ਜੀ,
ਕਿ ਘਰ ਵਾਲੇ ਦੇ ਮਰਨ ਤੋਂ ਬਾਅਦ ਜ਼ਬਰਦਸਤੀ ਉਹਨਾਂ ਦੀ ਪਤਨੀ ਨੂੰ ਅੱਗ ਦੇ ਵਿੱਚ ਜਿਉਂਦਿਆਂ ਸਾੜ ਦਿੱਤਾ ਜਾਂਦਾ ਸੀ। ਇੰਨਾ ਹੀ ਨਹੀਂ, ਬੀਬੀਆਂ ਵਾਸਤੇ ਝੁੰਡ ਦੀ ਪ੍ਰਥਾ ਗੁਰੂ ਅਮਰਦਾਸ ਜੀ ਨੇ ਬੰਦ ਕੀਤੀ, ਪਰਦੇ ਦੀ, ਗੁਲਾਮੀ ਵਾਲੀ ਜ਼ਿੰਦਗੀ ਚੋਂ ਬਾਹਰ ਕੱਢਿਆ। ਤੇ ਉਹਨਾਂ ਦੇ ਵਿਧਵਾ ਪੁਨਰ ਵਿਆਹ ਦੀ ਗੱਲ ਗੁਰੂ ਅਮਰਦਾਸ ਜੀ ਨੇ ਸ਼ੁਰੂ ਕੀਤੀ। ਬੱਚਿਆਂ ਦੀ ਵਿਦਿਆ ਦੀ ਗੱਲ ਗੁਰੂ ਅੰਗਦ ਸਾਹਿਬ ਨੇ ਸ਼ੁਰੂ ਕੀਤੀ। ਜਿਹਨੂੰ ਸਮਾਜ ਦੇ ਵਿੱਚ ਪੈਰ ਦੀ ਜੁੱਤੀ ਕਿਹਾ ਜਾਂਦਾ ਸੀ, ਜਿਹਨੂੰ ਮਨੂ ਸਿਮਰਤੀ ਦੇ ਮੁਤਾਬਕ ਪਸ਼ੂ ਦੇ ਬਰਾਬਰ ਮਿਥਿਆ ਜਾਂਦਾ ਸੀ, ਉਹਨੂੰ ਇੰਨਾ ਮਾਣ ਜਦੋਂ ਦਿੱਤਾ, ਸਮਾਜ ਦੇ ਵਿੱਚ ਬਰਾਬਰਤਾ ਦਾ ਮਾਣ ਦਿੱਤਾ ਉਹਨਾਂ ਨੂੰ, ਤੇ ਉਹ ਲੋਕ ਜਿਹੜੇ ਸਮਾਜ ਦੇ ਠੇਕੇਦਾਰ ਸੀ ਉਹਨਾਂ ਨੂੰ ਤਕਲੀਫ ਤਾਂ ਹੋਣੀ ਸੀ, ਸੁਭਾਵਿਕ ਹੀ ਹੈ। ਤੇ ਜਿਸ ਵੇਲੇ ਗੁਰੂ ਅਰਜਨ ਦੇਵ ਜੀ ਨੂੰ ਗੁਰਗੱਦੀ ਤੇ ਬਿਠਾਏ, ਜ਼ਿੰਮੇਵਾਰੀ ਦਿੱਤੀ ਗਈ ਪਿਤਾ ਨੇ, ਗੁਰੂ ਰਾਮਦਾਸ ਜੀ ਨੇ, ਤੇ ਉਹ ਵੀ ਸੌਖੀ ਨਹੀਂ ਸੀ ਗੱਲ। ਵੱਡਾ ਭਰਾ ਪਿਰਥੀ ਚੰਦ ਜਿਹੜਾ ਚੱਕ ਗੁਰੂ ਰਾਮਦਾਸ ਦੀ ਉਸਾਰੀ ਦਾ ਸਾਰਾ ਕੰਮ ਵੇਖਦਾ ਹੈ, ਜਿਹਨੂੰ ਇਹ ਭੁਲੇਖਾ ਲੱਗ ਗਿਆ ਹੈ ਕਿ ਮੇਰੇ ਤੋਂ ਵੱਡਾ ਪ੍ਰਬੰਧਕ ਹੋਰ ਕੋਈ ਹੈ ਹੀ ਨਹੀਂ ਤੇ ਗੁਰਗੱਦੀ ਦਾ ਵਾਰਿਸ ਮੈਂ ਹੀ ਹਾਂ, ਮੇਰੇ ਤੋਂ ਬਗੈਰ ਗੱਦੀ ਕਿਸੇ ਨੂੰ ਦਿੱਤੀ ਨਹੀਂ ਜਾ ਸਕਦੀ। ਤੇ ਜਦੋਂ ਗੁਰੂ ਰਾਮਦਾਸ ਜੀ ਨੇ ਫੈਸਲਾ ਕਰ ਲਿਆ ਕਿ ਨਹੀਂ, ਨਾਨਕ ਦੀ ਜੋਤ ਦੀ ਜ਼ਿੰਮੇਵਾਰੀ ਤੇ ਗੁਰੂ ਅਰਜਨ ਦੇਵ ਜੀ ਨੂੰ ਦਿੱਤੀ ਜਾਣੀ ਹੈ, ਤੇ ਪਿਰਥੀ ਚੰਦ ਨੂੰ ਬਹੁਤ ਸਾੜਾ ਹੋਇਆ। ਪਿਤਾ ਦੇ ਸਾਹਮਣੇ ਵੀ ਉਹਨੇ ਰੋਸ ਕੀਤਾ, ਪ੍ਰੋਟੈਸਟ ਕੀਤਾ, ਪਰ ਗੁਰੂ ਰਾਮਦਾਸ ਜੀ ਨੇ ਉਹਦੀ ਗੱਲ ਨਾ ਸੁਣੀ। ਤੇ ਜਿਸ ਵੇਲੇ ਗੋਇੰਦਵਾਲ ਸਾਹਿਬ ਗੁਰਿਆਈ ਦੀ ਦਸਤਾਰਬੰਦੀ ਹੋਣ ਲੱਗੀ ਹੈ ਨਾ, ਤੇ ਉਸ ਵੇਲੇ ਪਿਰਥੀ ਚੰਦ ਨੇ ਆਪਣੇ ਸਾਥੀ ਮਸੰਦਾਂ ਰਾਹੀਂ ਉੱਥੇ ਬਹੁਤ ਹੁੱਲੜਪੁਣਾ ਕੀਤਾ। ਜਦੋਂ ਬਾਬਾ ਬੁੱਢਾ ਜੀ ਦਸਤਾਰ ਦੀ ਰਸਮ ਕਰਨ ਲੱਗੇ ਤੇ ਮਸੰਦਾਂ ਨੇ, ਪਿਰਥੀ ਚੰਦ ਦੇ ਮਸੰਦਾਂ ਨੇ ਉਹ ਦਸਤਾਰ ਬਾਬਾ ਬੁੱਢਾ ਜੀ ਪਾਸੋਂ ਖੋਲੀ ਸੀ ਜੀ। ਤੇ ਗੁਰੂ ਅਰਜਨ ਦੇਵ ਜੀ ਨੇ ਕਿਹਾ ਸੀ ਇਹ ਦਸਤਾਰ ਪਰਿਵਾਰ ਦੀ ਜ਼ਿੰਮੇਵਾਰੀ ਦੀ ਦਸਤਾਰ ਹੈ, ਪਰਿਵਾਰ ਦੀ, ਇਹ ਵੱਡੇ ਭਾਈ ਸਾਹਿਬ ਨੂੰ ਦੇ ਦਿਓ, ਪਿਰਥੀ ਚੰਦ ਨੂੰ ਦੇ ਦਿਓ। ਤੇ ਗੁਰਿਆਈ ਵਾਸਤੇ ਦਸਤਾਰ ਹੋਰ ਮੰਗਵਾ ਕੇ ਜਦੋਂ ਇਹਨਾਂ ਨੂੰ ਦਿੱਤੀ ਗਈ ਤੇ ਪਿਰਥੀ ਚੰਦ ਨੇ ਉਸ ਵੇਲੇ ਫੇਰ ਬਹੁਤ ਵਿਰੋਧ ਕੀਤਾ ਸੀ। ਇਸ ਹੱਦ ਤੱਕ ਵਿਰੋਧ ਕੀਤਾ ਸੀਗਾ ਵੀ ਜਿਵੇਂ ਕੋਈ ਸ਼ਰੀਕ ਨੀਵੇਂ ਤੋਂ ਨੀਵੇਂ ਪੱਧਰ ਤੇ ਪਹੁੰਚ ਕੇ ਵਿਰੋਧ ਕਰਦਾ ਹੈ। ਤੇ ਉਦੋਂ ਹੀ ਸਮਾਂ ਸੀ ਇਹ ਜਦੋਂ ਗੋਇੰਦਵਾਲ ਸਾਹਿਬ 11 ਭੱਟ ਪਹੁੰਚੇ ਨੇ ਗੁਰੂ ਅਰਜਨ ਦੇਵ ਜੀ ਦੇ ਦਰਬਾਰ ਦੇ ਵਿੱਚ। ਜਦੋਂ ਉਹਨਾਂ ਨੇ ਵੇਖਿਆ ਵੀ ਹੈ ਗੁਰੂ ਨਾਨਕ ਦੀ ਗੱਦੀ ਦਾ ਵਾਰਿਸ 18 ਸਾਲ ਦਾ ਨੌਜਵਾਨ ਹੈ, ਅਸੀਂ ਤਾਂ ਬੜਾ ਬੁੱਢਾ ਡਾਢਾ ਜਿਹਾ ਵੇਖਦੇ ਸੀ ਕੋਈ, ਤੇ ਉਹਨਾਂ ਦੇ ਮਨ ਵਿੱਚ ਸ਼ੰਕਾ ਪੈਦਾ ਹੋਇਆ। ਤੇ ਜਦੋਂ ਪਿਰਥੀ ਚੰਦ ਦੇ ਮਸੰਦਾਂ ਵੱਲੋਂ ਕੀਤੀ ਹੁੱਲੜਬਾਜ਼ੀ ਤੋਂ ਬਾਅਦ ਗੁਰੂ ਅਰਜਨ ਦੇਵ ਜੀ ਦੀ ਸ਼ਾਂਤੀ, ਠਰਮਾ, ਸਹਿਜ ਦਾ ਸੁਭਾਅ ਵੇਖਿਆ, ਤੇ ਉਹ 11 ਦੇ 11 ਭੱਟ ਜਿਹੜੇ ਸਨ ਉਹ ਗੁਰੂ ਨਾਨਕ ਦੇਵ ਜੀ ਦੇ ਸ਼ਰਧਾਲੂ ਬਣ ਗਏ। ਤੇ ਉਹਨਾਂ ਨੇ ਕਹਿ ਦਿੱਤਾ ਕਿ ਇੰਨਾ ਸਾਲ ਹੋ ਗਿਆ ਭੱਜੇ ਫਿਰਦਿਆਂ, ਗੁਰੂ ਲੱਭਦਿਆਂ, ਆਖਰਕਾਰ ਸਾਨੂੰ ਗੁਰੂ ਨਾਨਕ ਦੇ ਦਰ ਤੇ ਢੋਈ ਮਿਲ ਗਈ, ਸਾਨੂੰ ਸੱਚੇ ਗੁਰੂ ਦੀ ਪ੍ਰਾਪਤੀ ਹੋ ਗਈ। ਤੇ ਉਹਨਾਂ ਭੱਟਾਂ ਨੇ ਗੁਰੂ ਅਰਜਨ ਦੇਵ ਜੀ ਦੇ ਦਰਬਾਰ ਦੇ ਵਿੱਚ ਰਹਿ ਕੇ ਸਵਈਏ ਉਚਾਰਨ ਕੀਤੇ ਜਿਹੜੇ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ। ਤੇ ਗੁਰੂ ਹਰਗੋਬਿੰਦ ਸਾਹਿਬ ਵੇਲੇ ਪਹਿਲੀ ਲੜਾਈ ਹੈ ਜਿਹੜੀ ਅੰਮ੍ਰਿਤਸਰ ਦੀ, ਉਸ ਲੜਾਈ ਦੇ ਵਿੱਚ ਕੁਝ ਭੱਟ ਮੈਦਾਨੇ ਜੰਗ 'ਚ ਲੜਦੇ ਸ਼ਹੀਦ ਵੀ ਹੋਏ ਜੀ। ਉਹ ਭੱਟ ਇੱਥੇ ਰਹੇ। ਪਿਰਥੀ ਚੰਦ ਨੇ ਉੱਥੇ ਬਹੁਤ ਜ਼ਿਆਦਾ ਵਿਰੋਧ ਕੀਤਾ। ਫਿਰ ਗੁਰੂ ਸਾਹਿਬ ਗੋਇੰਦਵਾਲ ਨੇ ਤੇ ਪਿਰਥੀ ਚੰਦ ਅੰਮ੍ਰਿਤਸਰ ਆ ਜਾਂਦਾ ਹੈ। ਅੰਮ੍ਰਿਤਸਰ ਦੀ ਨਾਕਾਬੰਦੀ ਤੱਕ ਹੋ ਜਾਂਦੀ ਹੈ, ਸਾਰਾ ਪ੍ਰੋਗਰਾਮ ਰੋਕ ਦਿੱਤਾ ਜਾਂਦਾ ਹੈ, ਹਰ ਤਰ੍ਹਾਂ ਦਾ ਉਹ ਵਿਰੋਧ ਕਰਦਾ ਹੈ। ਜਦੋਂ ਉਹਦੀ ਵਿਰੋਧ ਦੀ ਪੇਸ਼ ਨਹੀਂ ਜਾਂਦੀ, ਨਾਕਾਬੰਦੀ ਕਰ ਦਿੱਤੀ। ਜਦੋਂ ਭਾਈ ਗੁਰਦਾਸ ਜੀ ਆਗਰੇ ਵੱਲੋਂ ਆਏ, ਉਹਨਾਂ ਬਾਬਾ ਬੁੱਢਾ ਜੀ ਨੇ ਰਲ ਕੇ ਸਿੱਖਾਂ ਨੂੰ ਸਮਝਾਇਆ ਜਦੋਂ ਪੇ ਦਾ ਕੁਛ ਇਦਾਂ ਹੋ ਰਿਹਾ, ਫਿਰ ਵੀ ਹਟਿਆ ਨਹੀਂ। ਫਿਰ ਕਦੇ ਸੱਤੇ ਬਲਵੰਡ ਨੂੰ ਗੁੱਸੇ ਕਰਕੇ ਕੀਰਤਨ ਤੋਂ ਰੋਕ ਦਿੱਤਾ, ਜਿਹੜੇ ਹਰਮੰਦਰ ਸਾਹਿਬ 'ਚ ਕੀਰਤਨ ਕਰਦੇ ਨੇ, ਤੇ ਕਦੇ ਲਾਹੌਰ ਦੇ ਸੂਬੇਦਾਰ ਦੇ ਕੋਲ ਜਾ ਕੇ ਸ਼ਿਕਾਇਤ ਕਰਕੇ ਸੁਲੀ ਖਾਂ ਨੂੰ ਫੌਜ ਲੈ ਕੇ ਚੜਾ ਲਿਆ ਆ। ਕਦੇ ਕੁਝ ਕੀਤਾ, ਕਦੇ ਕੁਝ ਕੀਤਾ। ਜਦੋਂ ਕਿਸੇ ਪਾਸੇ ਵੀ ਪੇਸ਼ ਨਾ ਗਈ, ਫਿਰ ਆਪਣੇ ਸਹੁਰੀ ਆਪਣੇ ਪੁੱਤ ਮਿਹਰਬਾਨ ਨੂੰ ਨਾਨਕ ਦੀ ਗੱਦੀ ਦਾ ਵਾਰਿਸ ਦੱਸ ਕੇ ਨਕਲੀ ਨਾਨਕ ਬਣਾ ਕੇ ਬਿਠਾ ਦਿੰਦਾ ਹੈ। ਨਾਨਕ ਸ਼ਬਦ ਵਰਤ ਕੇ ਨਕਲੀ ਬਾਣੀ ਜਿਹੜੀ ਹੈ ਉਹ ਉਚਾਰਨ ਕਰਨੀ ਸ਼ੁਰੂ ਕਰ ਦਿੰਦਾ ਹੈ, ਕਵਿਤਾ ਲਿਖਣੀ ਸ਼ੁਰੂ ਕਰ ਦਿੰਦਾ ਹੈ, ਹੋਰ ਬੜਾ ਕੁਛ ਇਸ ਤਰੀਕੇ ਦਾ ਜਿਹੜਾ ਉਹ ਕਰਨਾ ਸ਼ੁਰੂ ਕਰ ਦਿੰਦਾ ਹੈ। ਪਰ ਗੁਰੂ ਅਰਜਨ ਦੇਵ ਜੀ ਸ਼ਾਂਤ ਰਹਿੰਦੇ, ਇਸ ਲੜਾਈ ਝਗੜੇ ਵਿੱਚ ਨਾ ਪੈਂਦੇ ਹੋਏ ਅੰਮ੍ਰਿਤਸਰ ਦੀ ਉਸਾਰੀ, ਅੰਮ੍ਰਿਤ ਸਰੋਵਰ ਦੀ ਉਸਾਰੀ, ਬਾਕੀ ਦੇ ਸਰੋਵਰਾਂ ਦੀ ਉਸਾਰੀ, ਤੇ ਉਹਦੇ ਵਿੱਚ ਹਰਮੰਦਰ ਦੀ ਉਸਾਰੀ ਵਿੱਚ ਰੁੱਝੇ ਰਹਿੰਦੇ। ਸੋ ਪਿਰਥੀ ਚੰਦ ਵੱਡਾ ਭਾਈ ਇੱਥੋਂ ਤੱਕ ਕਿ ਸੁਲੀ ਖਾਨ ਨੂੰ ਚੜਾ ਕੇ ਲੈ ਆਉਂਦਾ ਫੌਜ ਲੈ ਕੇ, ਤੇ ਸਾਹਿਬ ਸੱਚੇ ਪਾਤਸ਼ਾਹ ਜੀ ਤੱਕ ਸਿੱਖ ਸਨੇਹ ਵੀ ਲੈ ਕੇ ਆਉਂਦੇ ਨੇ। ਪਰ ਸਤਿਗੁਰੂ ਉਹ ਕਹਿੰਦੇ ਮੈਂ ਸਭ ਕੁਝ ਛੋੜ ਪ੍ਰਭ ਤੂੰ ਹੀ ਤੇ ਆਇਆ। ਉਹ ਸੁਲੀ ਖਾਨ ਪੱਠੇ ਦੇ ਵਿੱਚ ਘੋੜੇ ਸਮੇਤ ਹੀ ਉੱਥੇ ਭਸਮ ਹੋ ਜਾਂਦਾ ਹੈ। ਸੋ ਇਹ ਵਿਰੋਧਤਾ ਸਤਿਗੁਰੂ ਦੀ
ਸਾਹਿਬ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਜਦੋਂ ਤੋਂ ਗੱਦੀ ਤੇ ਬੈਠੇ ਨੇ, ਗੁਰਗੱਦੀ ਤੇ ਬੈਠੇ, ਉਦੋਂ ਤੋਂ ਘਰ ਤੋਂ ਹੀ ਸ਼ੁਰੂ ਹੋ ਗਈ। ਤੇ ਮੁਲਾਣੇ ਜਾਂ ਮੌਲਵੀ ਉਹ ਤਾਂ ਪਹਿਲਾਂ ਇਸ ਜੋ ਇਹ ਲੋਕਲਾਈਜ਼ ਸੀ ਉਹ ਤੋਂ ਤੰਗ ਸਨ। ਸੋ ਉੱਥੇ ਇਹ ਕੰਨ ਭਰਨੇ, ਜਹਾਂਗੀਰ ਦੇ ਕੰਨ ਭਰਨੇ, ਉਹਨੂੰ ਚੁੱਕਣਾ ਕਿ ਗੁਰੂ ਗ੍ਰੰਥ ਸਾਹਿਬ ਇਹਨਾਂ ਰਚਾਇਆ, ਉਹਦੇ ਵਿੱਚ ਆਹ ਲਿਖਿਆ, ਆਹ ਲਿਖਿਆ। ਸੋ ਹਰ ਤਰ੍ਹਾਂ ਕਰਕੇ ਜਿਹੜੇ ਰਾਜਸੀ ਤਾਕਤ ਸੀ ਉਹਨਾਂ ਨੂੰ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਖਿਲਾਫ ਖੜਾ ਕਰ ਦਿੱਤਾ ਜੀ। ਇੱਕ ਹੋਰ ਤਾਕਤ ਜਿਹੜੀ ਸੂਫੀ ਮੁਲਾਣਿਆਂ ਦੀ ਅਸੀਂ ਗੱਲ ਕਰਦੇ ਹਾਂ, ਸੂਫੀ ਮਤ 10ਵੀਂ ਸਦੀ ਵਿੱਚ ਹੀ ਭਾਰਤ ਵਿੱਚ ਆਉਣਾ ਸ਼ੁਰੂ ਹੋ ਗਿਆ ਸੀ ਤੇ ਉਹਨਾਂ ਦੇ 14 ਮੁੱਖ ਅਖਾੜੇ ਸਨ ਜਿਨ੍ਹਾਂ ਨੂੰ ਸਿਲਸਿਲਾ ਵੀ ਕਿਹਾ ਜਾਂਦਾ ਹੈ ਜੀ। ਬਾਬਾ ਫਰੀਦ ਜੀ ਜਿਹੜੇ ਸਨ ਉਹ ਵੀ ਇੱਕ ਅਖਾੜੇ ਨਾਲ, ਸਿਲਸਿਲਾ ਨਾਲ ਸੰਬੰਧਿਤ ਸੀ, ਉਹ ਸੀ ਚਿਸ਼ਤੀ। ਬਾਬਾ ਫਰੀਦ ਜੀ ਚਿਸ਼ਤੀ ਜਿਹੜੀ ਸੀ ਲਹਿਰ ਸੂਫੀ ਦੀ, ਉਹਦੇ ਨਾਲ ਸੰਬੰਧਿਤ ਸਨ। ਇਹ ਜਿਹੜੇ ਸੂਫੀ ਅਖਾੜੇ ਸਨ ਇਹ ਭਾਰਤ ਦੇ ਵਿੱਚ ਸਹਿਜੇ ਇਸਲਾਮ ਦਾ ਪ੍ਰਚਾਰ ਕਰਕੇ ਹਿੰਦੂਆਂ ਨੂੰ ਮੁਸਲਮਾਨ ਬਣਾਉਣ ਦਾ ਕੰਮ ਕਰਦੇ ਸਨ। ਜ਼ਬਰਦਸਤੀ ਨਹੀਂ ਕਰਦੇ ਸੀ, ਸਹਿਜੇ ਕਰਦੇ ਸੀ। ਜਦੋਂ ਅਸੀਂ ਗੱਲ ਗੁਰੂ ਨਾਨਕ ਸਾਹਿਬ ਦੇ ਪ੍ਰਚਾਰ ਦੌਰਿਆਂ ਦੀ ਕਰ ਰਹੇ ਸੀ, ਉਹਦੇ ਵਿੱਚ ਇਹ ਗੱਲ ਆਈ ਸੀਗੀ, ਇਸਲਾਮ ਦੇ ਵਿੱਚ ਬੁੱਤ ਨਹੀਂ ਪੂਜੇ ਜਾਂਦੇ, ਇਸਲਾਮ ਦੇ ਵਿੱਚ ਕਬਰਾਂ ਨਹੀਂ ਪੂਜੀਆਂ ਜਾਂਦੀਆਂ। ਇਹ ਜਿਹੜੇ ਸੂਫੀ ਸੀ ਇਹ ਕਬਰਾਂ ਪੂਜਣ ਦੇ ਬਿਲਕੁਲ ਉਲਟ ਸਨ, ਬਹੁਤ ਸਖਤ ਸਨ ਇਹਨਾਂ ਗੱਲਾਂ ਲਈ। ਪਰ ਹਿੰਦੂਆਂ ਨੂੰ ਆਪਣੇ ਨਾਲ ਜੋੜਨ ਦੇ ਲਈ ਇਹਨਾਂ ਨੇ ਵੀ ਉਹ ਆਪਣੇ ਵਡੇਰਿਆਂ ਦੇ ਮਜ਼ਾਰ ਬਣਾ ਕੇ, ਚਾਦਰਾਂ ਚੜਾ ਕੇ ਦੀਵੇ ਜਗਾਉਣੇ ਸ਼ੁਰੂ ਕੀਤੇ। ਸੋ ਉੱਥੋਂ ਤੋਂ ਚੱਲੀ ਇਹ। ਹਾਂ, ਉਦੋਂ ਤੋਂ ਨਕਸ਼ਬੰਦੀ। ਇਹਨਾਂ ਵਿੱਚੋਂ ਸਭ ਤੋਂ ਖਤਰਨਾਕ ਜਿਹੜੀ ਲਹਿਰ ਹੈ ਉਹ ਹੈ ਨਕਸ਼ਬੰਦੀ ਜੀ। ਨਕਸ਼ਬੰਦੀ ਦਾ ਜਿਹੜਾ ਹੈੱਡ ਉਸ ਵੇਲੇ ਗੁਰੂ ਅਰਜਨ ਸਾਹਿਬ ਦੇ ਵੇਲੇ ਆ, ਉਹ ਸ਼ੇਖ ਅਹਿਮਦ ਸਰਹੰਦੀ ਆ ਜਿਹੜਾ ਸਰਹੰਦ ਦੇ ਵਿੱਚ ਟਿਕਿਆ ਹੋਇਆ, ਔਰ ਉਹਦੀ ਬੜੇ ਦੇਰ ਤੋਂ ਇਹ ਜ਼ੋਰ ਲੱਗਾ ਹੋਇਆ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਗੁਰੂ ਨਾਨਕ ਦੀ ਜਿਹੜੀ ਇਹ ਮੱਤ ਹੈ ਇਹਨੂੰ ਖਤਮ ਕੀਤਾ ਜਾਏ। ਉਹ ਵਿਰੋਧ ਕਰਦਾ ਹੈ ਇਹਦੀ, ਇਹ ਕਿਵੇਂ ਸ਼ਹੀਦੀ ਦੇ ਵਿੱਚ ਉਹ ਕਿਵੇਂ ਆਪਣਾ ਪਾਰਟ ਪਲੇ ਕਰਦਾ, ਉਹਦੀ ਗੱਲ ਅਸੀਂ ਬਾਅਦ ਚ ਕਰਾਂਗੇ। ਦੋ ਗੱਲਾਂ ਸਪਸ਼ਟ ਹੋ ਗਈਆਂ। ਇੱਕ ਤਾਂ ਧਾਰਮਿਕ ਆਗੂ ਜਿਹੜੇ ਆਪਣੇ ਜਿਨ੍ਹਾਂ ਦੇ ਕਰਮਕਾਂਡੀ ਬਿਰਤੀ ਦਾ ਪਾਜ ਖੁੱਲ੍ਹਦਾ ਸੀ ਗੁਰੂ ਨਾਨਕ ਦੀ ਸਿੱਖੀ ਨਾਲ, ਉਹ ਵਿਰੋਧ ਵਿੱਚ ਖੜੇ। ਦੂਜੇ ਪਾਸੇ ਪ੍ਰਿਥੀ ਚੰਦ ਵਰਗੇ ਸ਼ਰੀਕ ਜਿਹੜੇ ਸਨ ਉਹ ਖੜੇ ਨੇ, ਉਹ ਵਿਰੋਧ ਵਿੱਚ ਖੜੇ ਨੇ। ਤੀਸਰੇ ਪਾਸੇ ਇਹ ਜਿਹੜੇ ਮੁਲਾਣੇ ਨੇ ਉਹ ਵਿਰੋਧ ਵਿੱਚ ਖੜੇ ਹੈ। ਪਰ ਇਹਨਾਂ ਸਾਰਿਆਂ ਦੇ ਹੁੰਦਿਆਂ ਹੋਇਆਂ ਵੀ ਅਕਬਰ, ਕਿਉਂਕਿ ਮੁਗਲ ਬਾਦਸ਼ਾਹ ਭਾਰਤ ਦਾ, ਉਹਦੇ ਬੈਠਿਆਂ ਇਹਨਾਂ ਦੀ ਪੇਸ਼ ਨਹੀਂ ਜਾਂਦੀ। ਔਰ ਇਹ ਸਾਰੇ ਹੀ ਜਿਹੜੇ ਨੇ ਅਕਬਰ ਤੱਕ ਆਪਣੀਆਂ ਸ਼ਿਕਾਇਤਾਂ ਪਹੁੰਚਾਉਂਦੇ ਨੇ। ਤੇ ਅਕਬਰ ਤੱਕ ਸ਼ਿਕਾਇਤਾਂ ਪਹੁੰਚਾਉਣ ਦਾ ਜਿਹੜਾ ਵਿਚੋਲਾ ਹੈ ਉਹ ਬੜੀ ਖਾਸ ਚੀਜ਼ ਹੈ। ਉਹਦਾ ਨਾਮ ਹੈ ਮਹੇਸ਼ ਦਾਸ। ਬ੍ਰਾਹਮਣ ਹੈ ਜੀ। ਜਿਸ ਵੇਲੇ ਜੋਧਾ ਬਾਈ ਅਕਬਰ ਨੇ ਵਿਆਹ ਕੇ ਲੈਂਦੀ ਨਾ ਰਾਜਸਥਾਨ ਤੋਂ ਜੀ, ਤੇ ਜੋਧਾ ਦਾ ਭਰਾ ਮਾਨ ਸਿੰਘ ਨਾਲ ਹੀ ਆ ਗਿਆ ਤੇ ਉਹਦੇ ਨਾਲ ਆਇਆ ਜੋਧਾ ਬਾਈ ਦੇ ਦਾਜ ਦੇ ਵਿੱਚ ਇਹ ਅਜੀਬ ਸ਼ਖਸ ਮਹੇਸ਼ ਦਾਸ। ਸ਼ਾਇਦ ਦਰਸ਼ਕਾਂ ਨੂੰ ਪਤਾ ਨਾ ਹੋਵੇ, ਕੋਈ ਪਤਾ ਨਹੀਂ ਮਹੇਸ਼ ਦਾਸ ਕਿਹੜੀ ਸ਼ੈ ਹੈ। ਇਹ ਮਹੇਸ਼ ਦਾਸ ਨੂੰ ਹੀ ਅਸੀਂ ਬੀਰਬਲ ਆਖਦੇ ਹਾਂ, ਜਿਹੜਾ ਕਿ ਅਕਬਰ ਦੇ ਰਤਨਾਂ ਦੇ ਵਿੱਚ ਰਤਨ ਬਣਿਆ ਹੋਇਆ ਸੀ। ਬਹੁਤ ਹਾਜ਼ਰ ਜਵਾਬ ਸੀ, ਬਹੁਤ ਸ਼ੈਤਾਨ ਸੀ। ਉਹਦੇ ਰਾਹੀਂ ਇਹ ਪੰਡਤ ਤੇ ਮੌਲਾਣੇ ਅਕਬਰ ਤੱਕ ਸ਼ਿਕਾਇਤਾਂ ਕਰਦੇ ਸਨ। ਜਦੋਂ ਬਾਅਦ ਵਿੱਚ ਗੁਰੂ ਅਰਜਨ ਸਾਹਿਬ ਦੇ ਸਮੇਂ ਵੀ ਅਕਬਰ ਆਇਆ ਨਾ ਲਾਹੌਰ ਦੇ ਵਿੱਚ, ਫਿਰ ਸ਼ਿਕਾਇਤਾਂ ਕੀਤੀਆਂ ਗਈਆਂ ਅਕਬਰ ਦੇ ਕੋਲ। ਅਕਬਰ ਨੇ ਫਿਰ ਉਹਨਾਂ ਦੀ ਸ਼ਿਕਾਇਤ ਸੁਣਨ ਤੋਂ ਬਾਅਦ ਜਦੋਂ ਵੇਖਿਆ, ਆਇਆ, ਜਦੋਂ ਸਾਰੀ ਗੱਲਬਾਤ ਹੋਈ, ਉਹਨੇ ਫਿਰ ਕਿਹਾ ਕਿ ਨਹੀਂ, ਤੁਹਾਡਾ ਕੰਮ ਠੀਕ ਹੈ, ਮੈਂ ਪਹਿਲਾਂ ਵੀ ਵੇਖ ਚੁੱਕਾ। ਇਹਨਾਂ ਦੀ ਪੇਸ਼ ਨਾ ਗਈ। ਫਿਰ ਜਿਹੜੀ ਇੱਕ ਹੋਰ ਗੱਲ ਹੋਈ ਕਿ ਗੁਰੂ ਅਰਜਨ ਸਾਹਿਬ ਦੇ ਸਮੇਂ ਜਿੱਥੇ ਲੋਕਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਵਾਸਤੇ ਸਰੋਵਰ ਬਣਾਏ ਗਏ, ਖੂਹ ਲਾਏ ਗਏ, ਉਦੋਂ ਲਾਹੌਰ ਦੇ ਵਿੱਚ ਭੁੱਖਮਰੀ, ਅਕਾਲ ਤੇ ਬਿਮਾਰੀ ਫੈਲੀ ਤੇ ਗੁਰੂ ਅਰਜਨ ਸਾਹਿਬ ਪੂਰੇ ਪਰਿਵਾਰ ਸਮੇਤ ਕਈ ਮਹੀਨੇ ਉੱਥੇ ਬੈਠ ਕੇ ਉਹਨਾਂ ਦੀ ਸੇਵਾ ਕਰਦੇ ਰਹੇ ਲਾਹੌਰ ਦੇ ਆਸ-ਪਾਸ ਦੇ ਇਲਾਕੇ 'ਚ। ਜਦੋਂ ਅਕਬਰ ਉਹਨਾਂ ਦੀ ਖਬਰਸਾਰ ਲੈਣ ਵਾਸਤੇ ਆਇਆ, ਜਿੱਧਰ ਵੀ ਅਕਬਰ ਦੇ ਬੰਦੇ ਜਾਂਦੇ ਨੇ ਉਹ ਪੁੱਛਦੇ ਆ ਕੀ ਤਕਲੀਫ ਹੈ, ਉਹ ਕਹਿੰਦੇ ਕੋਈ ਤਕਲੀਫ ਨਹੀਂ। ਗੁਰੂ ਅਰਜਨ ਸਾਹਿਬ ਦੇ ਹੁੰਦਿਆਂ ਕਿਸੇ ਕਿਸਮ ਦੀ ਕੋਈ ਘਾਟ ਨਹੀਂ, ਦਵਾਈਆਂ ਵੀ ਮਿਲ ਰਹੀਆਂ, ਲੰਗਰ ਵੀ ਮਿਲ ਰਿਹਾ ਹੈ, ਹੋਰ ਵੀ ਸਾਰੀ ਮਦਦ ਹੋ ਰਹੀ ਹੈ। ਅਕਬਰ ਨੂੰ ਇਹਦੀ ਤਸੱਲੀ ਹੁੰਦੀ ਹੈ, ਪਰ ਜਿਹੜਾ ਵਿਰੋਧ ਵਿੱਚ ਖੜਾ ਹੈ ਉਹਨਾਂ ਨੂੰ ਲੱਗਦਾ ਹੈ ਕਿ ਸਾਰੀ ਜਨਤਾ ਹੀ ਗੁਰੂ ਅਰਜਨ ਦੇ ਗੁਣ ਗਾਈ ਜਾਂਦੀ ਹੈ। ਇਹ ਤਾਂ ਆਉਣ ਵਾਲੇ ਸਮੇਂ ਸਾਡੇ ਵਾਸਤੇ ਖਤਰਾ ਪੈਦਾ ਹੋ ਜਾਊਗਾ। ਗੁਰੂ ਅਰਜਨ ਸਾਹਿਬ ਡਿਵੈਲਪਮੈਂਟ ਦੇ ਕੰਮਾਂ ਦੇ ਵਿੱਚ ਇੰਨੇ ਰੁੱਝੇ ਹੋਏ ਨੇ ਕਿ ਉਹਨਾਂ ਦਾ ਜਿਹੜਾ ਵਿਆਹ ਆਨੰਦ ਕਾਰਜ ਹੈ ਉਹ 26 ਸਾਲ ਦੀ ਉਮਰ 'ਚ ਹੁੰਦਾ, 1599 ਦੇ ਵਿੱਚ। ਉਹਨਾਂ ਦਿਨਾਂ ਦੇ ਵਿੱਚ 26 ਸਾਲ ਦੀ ਉਮਰ ਦੇ ਵਿੱਚ ਵਿਆਹ ਹੋਣਾ ਬਹੁਤ ਵੱਡੀ ਉਮਰ ਹੋ ਜਾਂਦੀ ਹੈ। ਫਿਰ ਉਸ ਤੋਂ ਬਾਅਦ
ਗੁਰੂ ਅਰਜਨ ਸਾਹਿਬ ਦੇ ਘਰ ਸਾਹਿਬਜ਼ਾਦਾ ਹਰਗੋਬਿੰਦ ਜੀ ਦਾ ਜਨਮ ਹੁੰਦਾ ਜਾ ਕੇ 1595 ਨੂੰ। ਉਸ ਵੇਲੇ ਗੁਰੂ ਅਰਜਨ ਦੇਵ ਜੀ ਦੀ ਉਮਰ 32 ਸਾਲ ਹੋ ਗਈ ਹੈ। ਪਹਿਲਾਂ ਤਾਂ ਉਹ ਸਾਰੇ ਮਿਹਣੇ ਮਾਰਦੇ ਨਾ ਵੀ ਪੈਸੀ ਜਾਂਦੀ ਘਰ ਵਾਲੀ ਵੀ ਕਿੱਥੇ ਲੈ ਜੂ, ਮਰਨਾ ਤਾਂ ਔਂਤਰਾ ਹੀ ਆ, ਬੱਚਾ ਤਾਂ ਹੈ ਨਹੀਂ। ਜਦੋਂ ਮਾਤਾ ਗੰਗਾ ਜੀ ਆ ਕੇ ਬਚਨ ਕਰਦੀ ਹੈ ਗੁਰੂ ਸਾਹਿਬ ਨੂੰ, ਮੇਰੇ ਕੋਲ ਸ਼ਰੀਕਾਂ ਦੇ ਮਿਹਣੇ ਨਹੀਂ ਸੁਣੇ ਜਾਂਦੇ, ਤੇ ਫਿਰ ਗੁਰੂ ਅਰਜਨ ਸਾਹਿਬ ਜੋ ਆਪ ਨਿਰੰਕਾਰ ਨੇ, ਆਪ ਅਕਾਲ ਦਾ ਰੂਪ ਨੇ, ਉਹ ਕਹਿੰਦੇ ਨੇ ਆਪਣੇ ਗੁਰਸਿੱਖ ਨੂੰ ਵਡਿਆਈ ਦੇਣ ਵਾਸਤੇ ਕਿਸੇ ਗੁਰਸਿੱਖ ਪਾਸੋਂ ਅਰਦਾਸ ਕਰਾਓ, ਗੁਰੂ ਨਾਨਕ ਦੇ ਘਰ ਦੇ ਵਿੱਚ ਕਿਸੇ ਕਿਸਮ ਦਾ ਘਾਟਾ ਨਹੀਂ। ਕਿਹਦੇ ਕੋਲੋਂ ਕਰਵਾਵਾਂ? ਬਾਬਾ ਬੁੱਢਾ ਜੀ ਕੋਲ ਜਾਓ। ਬਾਬਾ ਬੁੱਢਾ ਜੀ ਉਸ ਬੀੜ ਦੇ ਵਿੱਚ ਖੇਤੀ ਕਰਵਾਉਂਦੇ ਨੇ, ਘਾਹ ਖੋਤ ਰਹੇ ਨੇ, ਉਹਨਾਂ ਦੇ ਕੋਲ ਜਾ ਕੇ ਪ੍ਰਸ਼ਾਦਾ ਛਕਾ ਕੇ ਅਰਦਾਸ ਕਰਾਉਂਦੇ ਨੇ। ਉਹਨਾਂ ਦੀ ਅਰਦਾਸ ਸੁਣੀ ਜਾਂਦੀ ਹੈ ਤੇ 32 ਸਾਲ ਦੀ ਉਮਰ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ। ਜਿਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਦਾ ਪ੍ਰਕਾਸ਼ ਹੁੰਦਾ ਹੈ, ਪਿਰਥੀ 'ਚ ਨੂੰ ਫੇਰ ਬੜਾ ਸੂਲ ਉੱਠਦਾ ਹੈ ਵੀ ਅਸੀਂ ਤੈਨੂੰ ਔਂਤਰਾ ਹੀ ਮੰਨਦੇ ਸੀ, ਹੁਣ ਤੇ ਇਹਦੇ ਘਰ ਪੁੱਤਰ ਪੈਦਾ ਹੋ ਗਿਆ, ਹੁਣ ਸਾਨੂੰ ਕਦ ਗੁਰਗੱਦੀ ਮਿਲਣੀ ਹੈ। ਤੇ ਪਿਰਥੀ ਚੰਦ ਨੇ 3 ਦਫਾ ਸਾਹਿਬਜ਼ਾਦਾ ਹਰਗੋਬਿੰਦ ਸਾਹਿਬ ਨੂੰ ਜਾਨੋਂ ਮਾਰਨ ਵਾਸਤੇ ਪ੍ਰਬੰਧ ਕੀਤਾ ਜੀ। ਇਹ ਵਿਰੋਧ ਜਿਹੜਾ ਇਸ ਹੱਦ ਤੱਕ ਵੱਧ ਚੁੱਕਾ ਹੈ। ਸੋ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਇਹ ਜੇ ਆਪਣੇ ਸਿੱਖਾਂ ਨੂੰ ਵਡਿਆਈ ਦੇਣ ਵਾਸਤੇ ਜੇ ਮਾਤਾ ਗੰਗਾ ਨੂੰ ਭੇਜਦੇ ਨੇ, ਉੱਥੇ ਵੀ ਇਹ ਸਿਖਾਲਦੇ ਨੇ ਕਿ ਕਿਸ ਤਰ੍ਹਾਂ ਵੱਡਿਆਂ ਕੋਲ ਜਾਣਾ ਹੈ। ਹਾਂ, ਸੇਵਾ ਕਰਨ ਦਾ ਕੀ ਢੰਗ ਹੈ। ਭਾਵੇਂ ਗੁਰੂ ਪਤਨੀ ਹੈ ਅਤੇ ਉਧਰ ਬਾਬਾ ਬੁੱਢਾ ਜੀ ਨੇ, ਪਰ ਫੇਰ ਵੀ ਕਹਿੰਦੇ ਨੇ ਆਹ ਢੰਗ ਹੈ। ਜੇ ਪਹਿਲਾਂ ਮਾਤਾ ਗੰਗਾ ਉੱਦਾਂ ਗਈ ਤੇ ਸ਼ਰਾਪ ਲੈ ਕੇ ਆ ਗਈ, ਪਰ ਜਦੋਂ ਫਿਰ ਆਪ ਪ੍ਰਸ਼ਾਦੇ ਪਕਾ ਕੇ, ਇਹ ਸੀ ਨਿਮਰਤਾ ਦੀ ਪੜ੍ਹਾਈ ਸਿਖਾ ਲੈਣੀ। ਹਾਂ, ਗੁਰਸਿੱਖ ਨੂੰ ਵਡਿਆਈ ਦੇਣੀ ਜੀ। ਨਹੀਂ ਤਾਂ ਗੁਰੂ ਅਰਜਨ ਸਾਹਿਬ ਦੇ ਘਰ ਕਿਹੜੀ ਚੀਜ਼ ਦਾ ਘਾਟਾ ਸੀ? ਸਾਡੇ ਵਾਸਤੇ ਸਭ ਕੁਝ ਆਪ ਸਨ, ਸਾਡੇ ਵਾਸਤੇ ਇਹ ਇੱਕ ਪੂਰਨੇ ਸੀ ਜੀ। ਫਿਰ ਗੁਰੂ ਅਰਜਨ ਸਾਹਿਬ ਨੇ ਇੱਕ ਬਹੁਤ ਵੱਡਾ ਕੰਮ ਕੀਤਾ। ਅੰਮ੍ਰਿਤ ਸਰੋਵਰ ਦੇ ਵਿੱਚ ਹਰਿਮੰਦਰ ਸਾਹਿਬ ਦੀ ਸਾਜਨਾ ਕੀਤੀ, ਸਥਾਪਨਾ ਕੀਤੀ, ਜਿਹਦੇ 4 ਦਰਵਾਜ਼ੇ ਰੱਖੇ। ਸੰਸਾਰਿਕ ਧਾਰਮਿਕ ਸਥਾਨਾਂ ਦੇ ਉਲਟ ਪੌੜੀਆਂ ਨਾਲ ਉੱਪਰ ਚੜ੍ਹਨ ਦੀ ਬਜਾਏ ਪੌੜੀਆਂ ਰਾਹੀਂ ਥੱਲੇ ਉਤਰ ਕੇ ਇੱਕ ਪੁਲ ਤੋਂ ਚੱਲ ਕੇ 4 ਦਰਵਾਜ਼ਿਆਂ ਰਾਹੀਂ ਉਸ ਸਥਾਨ ਤੇ ਜਾ ਕੇ ਆਪਣੇ ਰੱਬ ਨੂੰ ਮਿਲਣ ਦੀ ਗੱਲ ਕੀਤੀ। ਪਿੱਛੇ ਸੀ ਉਹਦੇ ਕਾਰਨ ਸੀ 4 ਵਰਨਾਂ ਚੋਂ ਕੋਈ ਵੀ ਇੱਥੇ ਆ ਸਕਦਾ ਹੈ। ਆਪਣੇ ਆਪਣੇ ਅਕੀਦੇ ਦੇ ਮੁਤਾਬਕ ਇੱਥੇ ਆਪਣੇ ਆਪਣੇ ਖੁਦਾ, ਆਪਣੇ ਆਪਣੇ ਰੱਬ ਨੂੰ ਖੁਸ਼ ਕਰਨ ਵਾਸਤੇ ਇਬਾਦਤ ਪੂਜਾ ਕਰ ਸਕਦਾ ਹੈ। ਪਰ ਇੱਥੇ ਆਵੇ ਉਹੀ ਜਿਹੜਾ ਪੌੜੀਆਂ ਰਾਂ ਦੀ ਉਤਰਨ ਦੀ ਤਰ੍ਹਾਂ ਨਿਮਰਤਾ ਲੈ ਕੇ ਆਵੇ। ਅੱਜ ਤਾਂ ਅਸੀਂ ਪ੍ਰਕਰਮਾਂ ਦੇ ਵਿੱਚ ਵੀ ਹੁੱਲੜਬਾਜ਼ੀ ਕਰ ਲੈਂਦੇ ਹਾਂ। ਗੁਰੂ ਅਰਜਨ ਸਾਹਿਬ ਨੇ ਨਹੀਂ ਸਿਖਾਇਆ ਸੀ ਸਾਨੂੰ, ਨੀਵਾਂ ਹੋ ਕੇ ਆਵੇ ਤੇ ਇੱਕ ਦਰਸ਼ਨੀ ਡੇੜੀ ਵਿੱਚ ਦੀ, ਇੱਕ ਪੁਲ ਥਾਣੀ, ਫਿਰ 4 ਦਰਵਾਜ਼ੇ ਨੇ। ਬਾਕੀ ਭਾਸ਼ਾ ਵੀ ਤੁਹਾਨੂੰ ਪਤਾ ਹੋਊਗਾ ਕਿ ਜਿਵੇਂ ਹੋਰ ਕਿੰਨੇ ਕੋਈ ਧਰਮ ਸਥਾਨ ਦੇਖੋ, ਪੌੜੀਆਂ ਚੜ੍ਹ ਕੇ ਜਾਂਦੇ, ਸਾਰੇ ਚੜ੍ਹ ਕੇ ਜਾਂਦੇ। ਸਾਡੇ ਜਿਹੜੇ ਗੁਰਦੁਆਰੇ ਨੇ ਉਹ ਵੀ ਪੌੜੀਆਂ ਚੜ੍ਹ ਕੇ ਜਾਂਦੇ ਨੇ। ਸਿਰਫ ਹਰਿਮੰਦਰ ਸਾਹਿਬ ਜਿਹੜਾ ਹੈ, ਹਰਿਮੰਦਰ ਸਾਹਿਬ ਜਿਹੜਾ ਸਥਾਨ ਹੈ ਉਹ ਸਿਰਫ ਸਿੱਖਾਂ ਦਾ ਨਹੀਂ, ਉਹ ਪੂਰੇ ਸੰਸਾਰ ਦਾ ਹੈ, ਪੂਰੀ ਮਨੁੱਖਤਾ ਦਾ ਹੈ, ਪੂਰੀ ਕਾਇਨਾਤ ਦਾ ਉਹ ਸਥਾਨ ਹੈ ਜਿੱਥੇ ਕੋਈ ਵੀ ਕਿਸੇ ਵੀ ਵਿਸ਼ਵਾਸ ਦੇ ਮੁਤਾਬਕ ਆ ਸਕਦਾ ਹੈ। ਇਹੀ ਕਾਰਨ ਹੈ ਕਿ ਹਰਿਮੰਦਰ ਸਾਹਿਬ ਦੇ ਵਿੱਚ ਸਿਰਫ ਪਾਠ ਤੇ ਕੀਰਤਨ ਤੇ ਅਰਦਾਸ ਹੋ ਸਕਦਾ ਹੀ ਆ। ਉੱਥੇ ਪੰਥ ਦਾ ਜਕਾਰਾ ਵੀ ਨਹੀਂ ਬੁਲਾਇਆ ਜਾਂਦਾ, ਬੋਲੇ ਸੋ ਨਿਹਾਲ ਵਾਲਾ, ਕਿਉਂਕਿ ਉਹ ਪੰਥ ਅਕਾਲ ਤਖਤ ਪੰਥ ਦਾ ਵਾਰਿਸ ਹੈ। ਇੱਥੇ ਮਨੁੱਖਤਾ ਦੀ, ਅਧਿਆਤਮਿਕਤਾ ਦੀ ਗੱਲ ਕੀਤੀ ਜਾਂਦੀ ਹੈ। ਜਦੋਂ 4 ਦਰਵਾਜ਼ੇ ਰੱਖ ਦਿੱਤੇ, ਹਰ ਕੋਈ ਆ ਸਕਦਾ, ਕੋਈ ਜਾਤ ਪਾਤ ਦਾ ਭਿੰਨ ਭੇਦ ਨਹੀਂ। ਪੰਡਤ ਤਾਂ ਨਾਮਦੇਵ ਵਰਗਿਆਂ ਨੂੰ ਦੇਰੇ 'ਚ ਨਹੀਂ ਵੜਨ ਦਿੰਦਾ, ਧੱਕੇ ਮਾਰ ਕੇ ਬਾਹਰ ਕੱਢ ਦਿੰਦਾ, ਬੇਸ਼ੱਕ ਉਹ ਬ੍ਰਹਮ ਗਿਆਨੀ ਨੇ, ਪਹੁੰਚੇ ਹੋਏ ਮਹਾਂਪੁਰਸ਼ ਨੇ। ਤੇ ਇੱਥੇ ਹਰ ਕੋਈ ਬਗੈਰ ਕਿਸੇ ਵਿਤਕਰੇ ਦੇ ਆ ਸਕਦਾ ਹੈ। ਫਿਰ ਲੋੜ ਪਈ ਇੱਕ ਐਸੇ ਗ੍ਰੰਥ ਨੂੰ ਤਿਆਰ ਕਰਨ ਦੀ ਜਿਹਦੇ ਰਾਹੀਂ ਮਿਹਰਬਾਨ ਵੱਲੋਂ ਲਿਖੀ ਹੋਈ ਨਕਲੀ ਨਾਨਕ ਸ਼ਬਦ ਵਰਤ ਕੇ ਨਕਲੀ ਬਾਣੀ ਨੂੰ ਕੰਟਰੋਲ ਕੀਤਾ ਜਾ ਸਕੇ। ਫਿਰ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਭਾਈ ਗੁਰਦਾਸ ਜੀ ਪਾਸੋਂ ਉਹ ਸਾਰੀਆਂ ਬਾਣੀਆਂ ਇਕੱਤਰ ਕਰਕੇ ਆਦਿ ਗੁਰੂ ਗ੍ਰੰਥ ਸਾਹਿਬ, ਆਦਿ ਗ੍ਰੰਥ ਦੀ ਸਿਰਜਣਾ ਕੀਤੀ, ਉਹਦੀ ਬਣਾਇਆ, ਉਹਦੀ ਲਿਖਾਈ ਤਿਆਰ ਕਰਵਾਈ। ਲਿਖਾਈ ਕਰਨ ਸਮੇਂ ਉਹਨਾਂ ਭਗਤਾਂ ਦੀ ਬਾਣੀ ਵੀ ਦਰਜ ਕਰ ਦਿੱਤੀ ਗਈ, ਜਿਨ੍ਹਾਂ ਭਗਤਾਂ ਨੂੰ ਜਾਤ ਅਭਿਮਾਨੀ ਧਾਰਮਿਕ ਬ੍ਰਾਹਮਣ ਆਪਣੇ ਧਰਮ ਮੰਦਿਰ ਦੇ ਮੋਹਰਿਓਂ ਦੀ ਨਹੀਂ ਲੱਗਣ ਦਿੰਦਾ। ਚਾਹੇ ਉਹ ਭਗਤ ਸੈਣ ਜੀ ਹੋਵੇ, ਚਾਹੇ ਭਗਤ ਨਾਮਦੇਵ ਜੀ ਹੋਏ, ਚਾਹੇ ਰਵਿਦਾਸ ਜੀ ਹੋਣ, ਚਾਹੇ ਕਬੀਰ ਜੀ ਹੋਵੇ, ਤੇ ਚਾਹੇ ਉਹ ਸਦਨਾ ਹੋਵੇ। ਸਦਨਾ ਵਰਗਿਆਂ ਲੋਕਾਂ ਦੀ ਰਚਨਾ ਜਦੋਂ ਗੁਰੂ ਗ੍ਰੰਥ ਸਾਹਿਬ 'ਚ ਦਰਜ ਕੀਤੀ ਤੇ ਉਸ ਵੇਲੇ ਲੋਕਾਂ ਦੇ ਵਿੱਚ ਫਿਰ ਭੁਚਾਲ ਖੜਾ ਹੋਇਆ
ਫਿਰ ਜਦੋਂ ਵੇਖਿਆ ਵੀ ਇਹ ਤਾਂ ਰਹਿੰਦੀ ਦੁਨੀਆ ਤੱਕ ਮਨੁੱਖਤਾ ਦੀ ਅਗਵਾਈ ਕਰਨ ਵਾਲਾ ਧਾਰਮਿਕ ਗ੍ਰੰਥ ਬਣਦਾ ਜਾ ਰਿਹਾ ਹੈ, ਫਿਰ ਕਈ ਐਸੇ ਲੋਕ ਜਿਨ੍ਹਾਂ ਦੀਆਂ ਰਚਨਾਵਾਂ ਉਸ ਕਸਵੱਟੀ ਤੇ ਪੂਰੀਆਂ ਨਹੀਂ ਉਤਰਦੀਆਂ ਸੀਗੀਆਂ, ਪੀਲੂ ਵਰਗੇ, ਹੋਰ ਜਿਹੜੇ 3-4 ਪੀਪਾ, ਕਾਨਾ, ਛੱਜੂ, ਇਹ ਆਏ ਸਾਰੇ ਉੱਥੇ, ਜਿਨ੍ਹਾਂ ਦੀ ਰਾਜ ਦਰਬਾਰ 'ਚ ਬੜੀ ਚੱਲਦੀ ਸੀ। ਤੇ ਇਹਨਾਂ ਵਿੱਚੋਂ ਇੱਕ ਦੀ ਚੰਦੂ ਦੇ ਨਾਲ ਰਿਸ਼ਤੇਦਾਰੀ ਵੀ ਸੀ। ਫਿਰ ਉਹਨਾਂ ਦਿਨਾਂ ਦੇ ਵਿੱਚ ਹੀ ਚੰਦੂ ਦੀ ਲੜਕੀ ਦੇ ਰਿਸ਼ਤੇ ਦੀ ਗੱਲ ਵੀ ਚੱਲੀ ਗੁਰੂ ਹਰਗੋਬਿੰਦ ਸਾਹਿਬ ਦੇ ਨਾਲ। ਪਰ ਜਦੋਂ ਚੰਦੂ ਬਹੁਤ ਹੰਕਾਰਿਆ ਹੋਇਆ, ਚੰਦੂ ਕੋਈ ਬਹੁਤ ਵੱਡਾ ਅਫਸਰ ਨਹੀਂ ਹੈ, ਇੱਕ ਖੱਤਰੀ ਹੈ, ਛੋਟਾ ਜਿਹਾ ਗੁਰਦਾਸਪੁਰ ਜ਼ਿਲ੍ਹੇ ਦਾ ਰਹਿਣ ਵਾਲਾ, ਲਾਹੌਰ ਦਰਬਾਰ ਦੇ ਵਿੱਚ ਸਧਾਰਨ ਮੁਲਾਜ਼ਮ ਹੈ। ਹੰਕਾਰਿਆ ਹੋਇਆ ਏਡਾ ਵੱਡਾ, ਜਦੋਂ ਸੰਗਤਾਂ ਨੇ ਰੋਸ ਕੀਤਾ ਤੇ ਉਹ ਰਿਸ਼ਤਾ ਖਤਮ ਕਰ ਦਿੱਤਾ ਹੈ। ਉਹ ਵੀ ਵਿਰੋਧ ਲੈ ਕੇ ਬੈਠਾ ਹੈ। ਗੁਰੂ ਗ੍ਰੰਥ ਸਾਹਿਬ ਕਿਸੇ ਨੂੰ ਹਜਮ ਨਹੀਂ ਹੋ ਰਿਹਾ। ਇਹ ਸਾਰਾ ਕੁਝ ਹੁੰਦਿਆਂ ਹੋਇਆਂ ਵੀ ਅਕਬਰ ਦੇ ਜੀਂਦਿਆਂ ਉਹਨਾਂ ਦੀ ਕਿਸੇ ਦੀ ਵੀ ਪੇਸ਼ ਨਹੀਂ ਜਾਂਦੀ। ਫਿਰ ਆਉਂਦਾ ਸਮਾਂ ਜਦੋਂ 1605 ਨੂੰ ਅਕਬਰ ਮਰ ਜਾਂਦਾ ਹੈ। ਇੱਕ ਗੱਲ ਕਲੀਅਰ ਕਰ ਦਈਏ ਕਿ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ, ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਿਹੜੀ ਇਕੱਠਾ ਕਰਕੇ ਇੱਕ ਗੁਰੂ ਗ੍ਰੰਥ ਸਾਹਿਬ ਬਣਾਇਆ ਹੈ ਕਿ ਮਿਹਰਬਾਨ ਦੀ ਬਾਣੀ ਜਾਂ ਕੱਚੀ ਬਾਣੀ, ਉਹ ਬਾਹਰ ਆ ਜਾਏ। ਤੇ ਅਸੀਂ ਸੁਭਾਵਿਕ ਹੀ ਆ ਗੁਰਦੁਆਰਿਆਂ ਵਿੱਚ ਵੀ ਅਸੀਂ ਪੜ੍ਹਦੇ ਹਾਂ, ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ। ਇਹ ਗੁਰਬਾਣੀ ਨਹੀਂ, ਉਹ ਭਾਂਗ ਧਤੂਰਾ ਸੁਰਾ ਪਾਨ ਉਤਰ ਜਾਏ ਪ੍ਰਭਾਤ, ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ। ਇਹ ਕੱਚੀ ਬਾਣੀ ਹੈ। ਬ੍ਰਹਮ ਗਿਆਨੀ ਇੱਕ ਨੇ ਕਹੀ ਦੂਜੇ ਨੇ ਮਾਨੀ, ਕਹੋ ਨਾਨਕ ਦੋਨੋਂ ਬ੍ਰਹਮ ਗਿਆਨੀ। ਇਹ ਕੱਚੀ ਬਾਣੀ ਹੈ। ਇਹ ਤਾਂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਤੋਂ ਪੁੱਛੋ ਕਿ ਬ੍ਰਹਮ ਗਿਆਨੀ ਦੀ ਡੈਫੀਨੇਸ਼ਨ ਕੀ ਹੈ। ਮਨ ਸਾਚਾ ਮੁਖ ਸਾਚਾ ਸੋਏ, ਅਵ ਨ ਪੇਖੇ ਇਕ ਬਿਨ ਕੋਇ, ਨਾਨਕ ਇਹ ਲੱਛਣ ਬ੍ਰਹਮ ਗਿਆਨੀ। ਇਸ ਕਰਕੇ ਇਹ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਬਖਸ਼ਿਸ਼ ਕੀਤੀ ਹੈ। ਯਾਦ ਰਹੇ ਕਿ ਕਿਸੇ ਧਰਮ ਨੇ ਸਦੀਵੀ ਬਣਨਾ ਹੋਵੇ ਤਾਂ ਉਹਦਾ ਇੱਕ ਧਾਰਮਿਕ ਗ੍ਰੰਥ ਚਾਹੀਦਾ, ਆਪਣਾ ਉਹਦਾ ਇੱਕ ਸੈਂਟਰਲ ਕੇਂਦਰ ਚਾਹੀਦਾ, ਜਿਹੜਾ ਸਾਨੂੰ ਦਰਬਾਰ ਸਾਹਿਬ, ਉਹ ਵੀ ਗੁਰੂ ਅਰਜਨ ਦੇਵ ਨੇ ਦਿੱਤਾ। ਤਾਂ ਤੀਸਰੀ ਧਰਮ ਵਾਸਤੇ ਮਰਨਾ, ਉਹ ਵੀ ਆ ਕਾਮਨ। ਗੁਰੂ ਅਰਜਨ ਸਾਹਿਬ ਨੇ ਆਪਣੇ ਸਮੇਂ ਦੇ ਵਿੱਚ ਪ੍ਰਚਾਰ ਦੇ ਨਾਲ ਨਾਲ ਉਸਾਰੀ ਦੇ ਕੰਮ ਬਹੁਤ ਕੀਤੇ ਜੀ। ਉਹਨਾਂ ਨੇ 1590 ਨੂੰ ਤਰਨ ਤਾਰਨ ਸਾਹਿਬ ਸ਼ਹਿਰ ਵਸਾਇਆ, ਜਿਹੜਾ ਨਗਾਈਆ ਸਖੀ ਸਰਵਰੀਏ ਜਿਹੜੇ ਸੁਲਤਾਨੀਏ ਸੀ ਜੀ, ਉਹਨਾਂ ਦੇ ਪ੍ਰਚਾਰ ਨੂੰ ਠੱਲ ਪਾਉਣ ਵਾਸਤੇ ਉਹ ਇਸੇ ਕਰਕੇ ਉਹ ਵੀ ਵਿਰੋਧ ਵਿੱਚ ਖੜੇ ਹੋਏ, ਕਿਉਂਕਿ ਭਾਈ ਮੰਝ ਵਰਗੇ ਉਹਨਾਂ ਦੇ ਬਹੁਤ ਵੱਡੇ ਵੱਡੇ ਪ੍ਰਚਾਰਕ ਜਿਹੜੇ ਸੀ ਉਹ ਸੁਲਤਾਨੀਆਂ ਨੂੰ ਛੱਡ ਕੇ ਗੁਰੂ ਘਰ ਦੇ ਨਾਲ ਆ ਜੁੜੇ ਸੀ। ਫਿਰ 1593 ਦੇ ਵਿੱਚ ਕਰਤਾਰਪੁਰ ਸਾਹਿਬ ਦੀ ਨੀਂਹ ਰੱਖੀ, ਸ਼ਹਿਰ ਵਸਾਇਆ। ਇਹ ਜਿਹੜਾ ਕਰਤਾਰਪੁਰ ਹੈ ਇਹ ਜਲੰਧਰ ਵਾਲਾ ਹੈ। ਗੁਰੂ ਨਾਨਕ ਸਾਹਿਬ ਨੇ ਕਰਤਾਰਪੁਰ ਪਾਕਿਸਤਾਨ ਰਾਵੀ ਦੇ ਕੰਢੇ ਵਾਲਾ ਵਸਾਇਆ ਸੀ। ਗੁਰੂ ਅਰਜਨ ਦੇਵ ਜੀ ਨੇ ਜਲੰਧਰ ਵਾਲਾ ਕਰਤਾਰਪੁਰ ਆ ਜਿਹੜਾ ਇਹ ਵਸਾਇਆ। ਸਰੋਵਰ ਬਣਵਾਏ, ਅੰਮ੍ਰਿਤਸਰ ਦੇ ਵਿੱਚ ਸਰੋਵਰ ਬਣਾਏ, ਤਰਨ ਤਾਰਨ ਦੇ ਵਿੱਚ ਕੋੜੀਆਂ ਦਾ ਆਸ਼ਰਮ ਬਣਾਇਆ। ਇਹ ਸਾਰੀਆਂ ਸੇਵਾਵਾਂ ਚੱਲਦੀਆਂ ਨੇ, ਔਰ ਇਹ ਸੇਵਾਵਾਂ ਚੱਲਦਿਆਂ ਹੋਇਆਂ ਨਾਲੋਂ ਨਾਲ ਵਿਰੋਧੀ ਜਿਹੜੇ ਨੇ ਉਹ ਪੈਦਾ ਹੋ ਰਹੇ ਨੇ। ਇੱਕ ਤੇ ਮੁਲਾਣੇ ਆ, ਇੱਕ ਪੰਡਿਤ ਨੇ ਬ੍ਰਾਹਮਣ ਜਿਹੜੇ ਮਤਲਬ ਜਿਨ੍ਹਾਂ ਦਾ ਕਰਮਕਾਂਡ ਟੁੱਟਦਾ ਹੈ, ਇੱਕ ਪਿਰਥੀ ਚੰਦ ਤੇ ਉਹਦਾ ਲਾਮ ਲਸ਼ਕਰ ਹੈ, ਇੱਕ ਸਖੀ ਸਰਵਰੀ ਹੈ, ਸੁਲਤਾਨੀਏ ਹੈ, ਦੂਜੇ ਪਾਸੇ ਸੂਫੀ ਫਕੀਰ ਹੈ, ਨਕਸ਼ਬੰਦੀ ਉਹਨਾਂ ਦੀ ਅਗਵਾਈ ਕਰ ਰਿਹਾ ਹੈ। ਫਿਰ ਉਹਦੇ ਨਾਲ ਉਹ ਲੋਕ ਜਿਨ੍ਹਾਂ ਨੂੰ ਹਰਮੰਦਰ ਦੇ 4 ਦਰਵਾਜ਼ੇ ਤੇ ਗੁਰੂ ਗ੍ਰੰਥ ਸਾਹਿਬ ਮਨੁੱਖਤਾ ਦਾ ਸਾਂਝਾ ਗ੍ਰੰਥ ਹਜਮ ਨਹੀਂ ਹੋਇਆ, ਉਹ ਲੋਕ ਨੇ ਸਾਰੇ ਜਿਹੜੇ ਉਹ ਫਿਰ ਇਕੱਠੇ ਹੋ ਕੇ ਤਾਕਤਾਂ ਰਿੱਝ ਰਹੀਆਂ ਨੇ। ਪਰ ਅਕਬਰ ਦੇ ਜਿਉਂਦਿਆਂ ਉਹਨਾਂ ਦੀ ਪੇਸ਼ ਨਹੀਂ ਜਾਂਦੀ ਤੇ 17 ਅਕਤੂਬਰ 1605 ਨੂੰ ਅਕਬਰ ਮਰ ਜਾਂਦਾ ਹੈ। ਅਕਬਰ ਦੇ ਮਰਦਿਆਂ ਹੀ ਹਰ ਇੱਕ ਨੂੰ ਮਸੀਂ ਮੌਕਾ ਲੱਭਦਾ ਹੈ। ਅਕਬਰ ਦਾ ਪੁੱਤਰ ਹੈ ਜਹਾਂਗੀਰ, ਜਿਹੜਾ ਬਹੁਤ ਸ਼ਰਾਬੀ ਹੈ, ਬਹੁਤ ਕਮਜ਼ੋਰ ਹੈ, ਨਕਮਾ ਹੈ। ਸਲੀਮ ਉਹਦਾ ਨਾਂ ਇਤਿਹਾਸ ਨੇ ਲਿਖਿਆ। ਪਰ ਉਹਦਾ ਪੋਤਰਾ ਹੈ ਖੁਸਰੋ, ਅਮੀਰ ਖੁਸਰੋ, ਉਹ ਕਾਬਲ ਹੈ। ਅਕਬਰ ਚਾਹੁੰਦਾ ਕਿ ਮੇਰੇ ਤੋਂ ਬਾਅਦ ਰਾਜਗੱਦੀ ਮੇਰੇ ਪੁੱਤਰ ਖੁਸਰੋ ਨੂੰ ਦਿੱਤੀ ਜਾਏ, ਪਰ ਜਹਾਂਗੀਰ ਜਿਹੜਾ ਉਹਦਾ ਪੁੱਤਰ ਹੈ ਉਹਨੇ ਪਹਿਲਾਂ ਹੀ ਗੱਦੀ ਤੇ ਬੈਠਣ ਵਾਸਤੇ ਇੱਕ ਵਾਰੀ ਅਕਬਰ ਨੂੰ ਜ਼ਹਿਰ ਦਿੱਤਾ ਵੀ ਇਹ ਮਰੇ ਵਿੱਚੋਂ ਤੇ ਖਾਲੀ ਹੋਵੇ ਤਖਤ ਤੇ ਮੈਂ ਵਾਰਿਸ ਬਣਾ। ਤੇ ਇੱਕ ਵਾਰੀ ਉਹ ਜਿਹੜੀ ਫਤਿਹਪੁਰ ਸੀਕਰੀ ਵਾਲੀ ਲੜਾਈ ਹੈ ਨਾ, ਜਿਹੜੀ ਅਨਾਰਕਲੀ ਨਾਲ ਜੋੜ ਲਈ, ਦਰਅਸਲ ਉਹ ਬਗਾਵਤ ਅਕਬਰ ਨੂੰ ਰਾਜਗੱਦੀ ਤੋਂ ਲਾਹ ਕੇ ਤਖਤ ਤੇ ਬੈਠਣ ਦੀ ਸੀ, ਜਿਹੜੀ ਕਿ ਫੇਲ ਹੋ ਗਈ ਸੀ। ਉਹਦੇ ਭਾਗੀ ਤਾਂ ਮਸੀਂ ਅਕਬਰ ਮਰਿਆ। ਤੇ ਅਕਬਰ ਦੇ ਮਰਨ ਤੋਂ ਪਹਿਲਾਂ ਹੀ ਉਹਨੇ ਇਹ ਜਿੰਨੀਆਂ ਤਾਕਤਾਂ ਸਨ ਸਾਰੀਆਂ ਉਹਨਾਂ ਦੇ ਨਾਲ ਗਾਂਡਾ ਸਾਂਡਾ ਕੀਤਾ ਹੋਇਆ ਸੀ। ਨਕਸ਼ਬੰਦੀ ਜਿਹੜੀ ਕਿ ਬਹੁਤ ਤਕੜੀ ਸੀ, ਇਹ ਸੂਫੀ ਮੱਤ ਦਾ ਇੱਕ ਡੇਰਾ, ਉਹਨਾਂ ਨੇ ਇਸ ਸ਼ਰਤ ਤੇ ਇਹਨਾਂ ਨੂੰ
ਸਪੋਰਟ ਦਿੱਤੀ ਜਹਾਂਗੀਰ ਨੂੰ ਕਿ ਅਰਜਨ ਦੇਵ ਨੂੰ ਕਤਲ ਕੀਤਾ ਜਾਏਗਾ। ਔਰ ਹੋਰ ਸਾਰਿਆਂ ਨੇ ਉਹਦੀ ਬੀਰਵਾਲਾ ਜਿਹੜਾ ਇਸ ਤੋਂ ਪਹਿਲਾਂ ਇੱਕ ਲੜਾਈ ਦੇ ਵਿੱਚ ਮਾਰਿਆ ਜਾਂਦਾ, ਜਦੋਂ ਉਹ ਵਿਰੋਧ ਵਿੱਚ ਚੜ ਕੇ ਆਇਆ ਨਾ, ਉਹ ਵੀ ਮਾਰਿਆ ਗਿਆ। ਸੂਲੀ ਖਾਨ ਚੜ ਕੇ ਆਇਆ, ਉਹ ਭੱਠੇ ਦੇ ਵਿੱਚ ਭੁੱਜ ਕੇ ਮਰ ਗਿਆ। ਇੱਕ ਹੋਰ ਆਇਆ, ਉਹ ਵੀ ਮਾਰਿਆ ਗਿਆ। ਜਿਹੜਾ ਵੀ ਗੁਰੂ ਅਰਜਨ ਸਾਹਿਬ ਦੇ ਵਿਰੋਧ ਵਿੱਚ ਆਉਂਦਾ ਫੌਜਾਂ ਲੈ ਕੇ, ਉਹ ਰਸਤੇ ਵਿੱਚ ਹੀ ਮਾਰਿਆ ਜਾਂਦਾ। ਪਰ ਜਦੋਂ ਅਕਬਰ ਮਰ ਗਿਆ, ਜਹਾਂਗੀਰ ਤੋਂ ਨੇ ਤਖਤ ਤੇ ਬੈਠਾ ਹੈ, ਤੇ ਉਦੋਂ ਇੱਕਦਮ ਜਿਹੜਾ ਉਹਨਾਂ ਸਾਰਿਆਂ ਨੇ ਮਸੀਂ ਮੌਕਾ ਲੱਭਾ। ਜਹਾਂਗੀਰ ਦੇ ਨਾਲ ਪਹਿਲਾਂ ਹੀ ਉਹਨਾਂ ਨੇ ਆਪਣੀਆਂ ਸ਼ਰਤਾਂ ਤੈਅ ਕੀਤੀਆਂ ਹੋਈਆਂ ਨੇ। ਉਹ ਜਿਹੜਾ ਸ਼ੇਖ ਅਹਿਮਦ ਸਰਹੰਦੀ ਹੈ, ਉਹ ਇਹ ਗੱਲਾਂ ਨੀਅਤ ਕਰਦਾ ਹੈ। ਉਹਦਾ ਇੱਕ ਖਾਸ ਚੇਲਾ ਹੈ ਸ਼ੇਖ ਫਰੀਦ ਬੁਖਾਰੀ, ਜਿਹੜਾ ਫੌਜਦਾਰ ਹੈ ਜਹਾਂਗੀਰ ਦੇ ਕੋਲ। ਉਹਨੂੰ ਲਾਹੌਰ ਦਾ ਗਵਰਨਰ ਨੀਅਤ ਕਰਵਾਉਂਦਾ ਹੈ। ਖੁਸਰੋ ਆਗਰੇ ਤੋਂ ਬਗਾਵਤ ਕਰਕੇ ਦੌੜਦਾ ਹੈ, ਬਗਾਵਤ ਕਰਦਾ ਹੈ। ਜਹਾਂਗੀਰ ਫੌਜਾਂ ਲੈ ਕੇ ਮਗਰ ਆਉਂਦਾ, ਤੇ ਉਹ ਲਾਹੌਰ ਤੇ ਕਬਜ਼ਾ ਕਰਨ ਵਾਸਤੇ ਆਉਂਦਾ ਹੈ। ਤੇ ਇਹ ਜਿਹੜਾ ਸ਼ੇਖ ਫਰੀਦ ਬੁਖਾਰੀ ਹੈ, ਇਹ ਲਾਹੌਰ ਨੂੰ ਖੁਸਰੋ ਤੋਂ ਬਚਾ ਲੈਂਦਾ ਹੈ, ਤੇ ਜਹਾਂਗੀਰ ਉਹਦੇ ਬਦਲੇ ਉਹਨੂੰ ਮੁਰਤਜ਼ਾ ਖਾਂ ਦਾ ਖਿਤਾਬ ਦਿੰਦਾ ਹੈ। ਖੁਸਰੋ ਅੱਗੇ ਜਾਂਦਾ ਤੇ ਜੇਹਲਮ ਦੇ ਕੰਢਿਓਂ ਪਕੜਿਆ ਜਾਂਦਾ ਹੈ, ਤੇ ਸ਼ਿਕਾਇਤਾਂ ਇਹ ਲੱਗਦੀਆਂ ਕਿ ਖੁਸਰੋ ਦੀ ਮਦਦ ਗੁਰੂ ਅਰਜਨ ਦੇਵ ਨੇ ਕੀਤੀ ਹੈ। ਜਦੋਂ ਨੇ ਬਿਆਸ ਦਰਿਆ ਕ੍ਰਾਸ ਕੀਤਾ, ਤੇ ਇਹਨਾਂ ਨੇ ਉਹਦੇ ਮੱਥੇ ਤੇ ਤਿਲਕ ਲਗਾਇਆ, ਉਹਨੂੰ ਆਸ਼ੀਰਵਾਦ ਦਿੱਤਾ ਜਿੱਤ ਵਾਸਤੇ, ਮਾਇਆ ਵੀ ਦਿੱਤੀ ਹੈ, ਤੇ ਇਸ ਕਰਕੇ ਇਹਦੇ ਉੱਤੇ ਬਗਾਵਤ ਦਾ ਜਿਹੜਾ ਇਹ ਲਾਇਆ ਗਿਆ। ਜਦ ਕਿ ਸੱਚਾਈ ਇਹ ਹੈ ਕਿ ਜਿਸ ਵੇਲੇ ਖੁਸਰੋ ਨੇ ਉਹ ਬਿਆਸਾ ਦਾ ਦਰਿਆ ਪਾਰ ਕੀਤਾ, ਗੁਰੂ ਅਰਜਨ ਸਾਹਿਬ ਤਰਨ ਤਾਰਨੇ। ਤੇ ਸਾਡੇ ਇਤਿਹਾਸਕਾਰਾਂ ਦੀ ਸੁਣ ਲਓ, ਸਾਡੇ 2-4 ਇਤਿਹਾਸਕਾਰ ਐਸੇ ਨੇ ਜਿਨ੍ਹਾਂ ਨੇ ਕਹਿ ਦਿੱਤਾ ਕਿ ਖੁਸਰੋ ਨੇ ਤਰਨ ਤਾਰਨ ਵਾਲਾ ਪੱਤਣ ਕ੍ਰਾਸ ਕੀਤਾ ਸੀ, ਜਦ ਕਿ ਤਰਨ ਤਾਰਨ ਤਾਂ ਪੱਤਣ ਹੀ ਹੈ ਨਹੀਂ, ਪੱਤਣ ਤਾਂ ਬਿਆਸਾ ਦੇ ਵਿੱਚ ਹੈ। ਤੇ ਉੱਥੇ ਉਹਨਾਂ ਨੇ ਇਹ ਕਹਾਣੀ ਘੜੀ, ਔਰ ਇਹ ਕਹਾਣੀ ਘੜ ਕੇ ਸਾਰਾ ਕੁਝ ਕਰਾ ਕੇ ਜਹਾਂਗੀਰ ਦੇ ਕੋਲ ਸ਼ਿਕਾਇਤਾਂ ਕੀਤੀਆਂ। ਜਹਾਂਗੀਰ ਨੇ ਫਿਰ 1606 ਨੂੰ ਉਹਨਾਂ ਨੇ 23 ਮਈ 1606 ਨੂੰ ਜਹਾਂਗੀਰ ਨੇ ਖੁਸਰੋ ਦੀ ਮਦਦ ਕਰਨ, ਆਮ ਜਨਤਾ ਦੇ ਵਿੱਚ ਭੜਕਾਹਟ ਪੈਦਾ ਕਰਨ ਦੇ ਦੋਸ਼ ਵਜੋਂ ਇਹਨਾਂ ਨੂੰ ਗ੍ਰਿਫਤਾਰੀ ਕਰਨ ਦਾ ਹੁਕਮ ਦੇ ਦਿੱਤਾ। ਇਹ ਜਹਾਂਗੀਰ ਉਸ ਵੇਲੇ ਦਿੱਲੀ ਸੀ ਜਾਂ ਨਹੀਂ? ਜਹਾਂਗੀਰ ਉਹਦਾ ਪਿੱਛਾ ਕਰਦਾ ਆ ਰਿਹਾ ਸੀਗਾ। ਜਦੋਂ ਉਹਨੇ ਖੁਸਰੋ ਨੂੰ ਪਕੜਿਆ, ਉਹਨੂੰ ਸਜ਼ਾਵਾਂ ਦਿੱਤੀਆਂ। ਰਾਹ ਵਿੱਚ ਜਿੱਥੇ ਜਿੱਥੇ ਵੀ ਉਹਨੂੰ ਪਤਾ ਲੱਗਾ, ਜਿਹਨੇ ਵੀ ਮਦਦ ਕੀਤੀ ਖੁਸਰੋ ਦੀ, ਉਹਨਾਂ ਨੂੰ ਸਜ਼ਾਵਾਂ ਦਿੰਦਾ ਗਿਆ। ਜਦੋਂ ਬਿਆਸਾ ਤੋਂ ਲੰਘ ਕੇ ਗਿਆ, ਉਦੋਂ ਕੋਈ ਸ਼ਿਕਾਇਤ ਨਹੀਂ ਹੋਈ, ਕੋਲੋਂ ਲੰਘ ਕੇ ਗਿਆ। ਪਰ ਜਦੋਂ ਬਾਅਦ ਵਿੱਚ ਦੇਖਿਆ ਨਾ ਵੀ ਹੁਣ ਮੌਕਾ ਮਸੀਂ ਲੱਭਾ ਹੁਣ ਲਾਹੌਰ ਦੇ ਵਿੱਚ, ਲਾਹੌਰ ਦੇ ਵਿੱਚ, ਫਿਰ ਸ਼ੇਖ ਅਹਿਮਦ ਸਰਹੰਦੀ ਰਾਹੀਂ ਵੱਲੋਂ ਮੁਰਤਜ਼ਾ ਖਾਂ ਰਾਹੀਂ ਇਹ ਸ਼ਿਕਾਇਤ ਉਹਦੇ ਕੋਲ ਕੀਤੀ ਗਈ ਕਿ ਇਹਨੇ ਖੁਸਰੋ ਦੀ ਮਦਦ ਕੀਤੀ ਹੈ, ਤੇ ਇਹਦੇ ਲਈ ਇਹ ਹਕੂਮਤ ਦਾ ਵਾਗੀ ਹੈ, ਤੇ ਉਹਨਾਂ ਨੂੰ ਗ੍ਰਿਫਤਾਰ ਕਰਨ ਦਾ ਹੁਕਮ ਦਿੱਤਾ ਗਿਆ। ਸੋ ਇਹ ਜਹਾਂਗੀਰ ਵੀ ਲਾਹੌਰ ਦੇ ਵਿੱਚ ਹੈ, ਤੇ ਬਾਕੀ ਉਹਦਾ ਆਲਾ ਦੁਆਲਾ ਜਾਂ ਜੋ ਵੀ ਵਜ਼ੀਰ, ਉਹ ਸਾਰੇ ਉੱਥੇ ਹੋਣਗੇ। ਤੇ ਉੱਥੇ ਹੁਕਮ ਕੀਤਾ ਹੈ ਕਿ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਗ੍ਰਿਫਤਾਰ ਕਰਕੇ, ਅਤੇ ਨਾਲ ਹੀ ਕਿ ਜਿਹੜਾ ਗ੍ਰੰਥ ਰਚਿਆ ਉਹਦੀ ਵੀ ਸ਼ਿਕਾਇਤ ਕੀਤੀ ਗਈ ਵੀ ਇਹਦੇ ਵਿੱਚ ਬੜਾ ਇਹਨਾਂ ਨੇ ਖਿਲਾਫ ਲਿਖਿਆ, ਇਸਲਾਮ ਦੇ ਖਿਲਾਫ ਲਿਖਿਆ ਹੈ ਜਾਓ। ਤੇ ਉਹ ਗੁਰੂ ਗ੍ਰੰਥ ਸਾਹਿਬ ਜਿਹੜਾ ਉਹ ਵੀ ਲੈ ਕੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਇੱਥੇ ਲਾਹੌਰ ਦਰਬਾਰ ਦੇ ਵਿੱਚ ਹਾਜ਼ਰ ਹੋਣ। ਤੇ ਉੱਥੇ ਆ ਕੇ ਉੱਥੇ ਹੁਕਮਨਾਮਾ ਵੀ ਲੈਂਦੇ ਨੇ ਜਾਂ ਗੁਰੂ ਗ੍ਰੰਥ ਸਾਹਿਬ ਦਾ ਸਭ ਕੁਝ ਖੋਲ ਕੇ, ਪਰ ਉਹਨਾਂ ਦੀ ਕੋਈ ਪੇਸ਼ ਉੱਥੇ ਵੀ ਨਹੀਂ ਚੱਲੀ, ਨਾ ਪੇਸ਼ ਚੱਲਦੇ ਹੋਣ ਕੇ। ਤੇ ਜਹਾਂਗੀਰ ਦੇ ਕੰਨ ਭਰੇ ਜਾਂਦੇ ਨੇ। ਜਹਾਂਗੀਰ ਅਖੀਰ ਦੇ ਉੱਤੇ ਚੰਦੂ ਦੇ ਕੋਲ, ਜਹਾਂਗੀਰ ਜਿਹੜਾ ਸਾਡੇ ਕੋਲ ਸਭ ਤੋਂ ਵੱਡਾ ਹਵਾਲਾ ਜਿਹੜਾ ਹੈ, ਉਹ ਜਹਾਂਗੀਰ ਦੀ ਆਪਣੀ ਡਾਇਰੀ ਤੁਜ਼ ਕੇ ਜਹਾਂਗੀਰ ਜੀ, ਜਿਹੜੀ ਉਹਨੇ ਆਪ ਲਿਖੀ ਹੈ। ਅਸੀਂ ਗੱਲ ਬਣਾਈ ਚੰਦੂ ਦੀ ਲੜਕੀ ਦਾ ਰਿਸ਼ਤਾ ਨਾ ਲੈਣ ਦਾ ਕਾਰਨ ਬਣਾ ਕੇ, ਤੇ ਇਸ ਤਰੀਕੇ ਨਾਲ ਹੋਇਆ। ਉਹ ਜਿਹੜੀ ਗੱਲ ਚੰਦੂ ਨੇ 2 ਲੱਖ ਜੁਰਮਾਨੇ ਦੀ ਗੱਲ ਕੀਤੀ, ਪਾਣੀ ਪਿਲਾਉਣ ਦੀ ਗੱਲ ਕੀਤੀ, ਮੈਂ ਆਪਣੇ ਦਰਸ਼ਕਾਂ ਨੂੰ ਸਪਸ਼ਟ ਕਰ ਦਿਆਂ, ਇਹ ਗੱਲ ਸਭ ਤੋਂ ਪਹਿਲਾਂ ਸਾਵਰਕਰ ਨੇ 1932 ਦੇ ਵਿੱਚ ਆਪਣੀ ਕਿਤਾਬ ਦੇ ਵਿੱਚ ਲਿਖਿਆ। ਇਸ ਤੋਂ ਪਹਿਲਾਂ ਇਹ ਨਹੀਂ ਹੁੰਦਾ ਸੀ। ਜਿਹੜੀ ਅੱਜ ਅਸੀਂ ਹਿੰਦੂਤਵ ਤਾਕਤਾਂ ਦੀਆਂ ਗੱਲਾਂ ਕਰਦੇ ਹਾਂ, ਕਿਵੇਂ ਉਸ ਵੇਲੇ, ਕਿਉਂਕਿ ਉਸ ਵੇਲੇ ਵੀ ਵਿਰੋਧ ਖੜਿਆ, ਇੱਕ ਵੱਖਰਾ ਵਿਸ਼ਾ ਡਾਕਟਰ ਸਾਹਿਬ ਮੇਰੇ ਧਿਆਨ 'ਚ ਆਇਆ, ਕਿਤੇ ਕਰਾਂਗੇ ਗੱਲ ਇਹਦੀ ਵੀ, ਕਿਵੇਂ ਉਹ ਪ੍ਰਚਲਿਤ ਦੁਆਰਾ ਉੱਠੀਆਂ ਜਦੋਂ ਪੁਨਰ ਜਾਗਰਤੀ ਲਹਿਰ ਨਾਲ ਪੰਥ ਦੇ ਵਿੱਚ ਉਹ ਇੱਕ ਨਿਆਰਾਪਣ ਕਾਇਮ ਹੋ ਗਿਆ। ਇਹ ਗੱਲ ਦੁਆਰਾ ਲਿਆਂਦੀ ਗਈ। ਪਰ ਗੁਰੂ ਅਰਜਨ ਸਾਹਿਬ ਦੀ ਜਿਹੜੀ ਸ਼ਹੀਦੀ ਦੇ ਕਾਰਨ ਹੈ, ਉਹ ਤੁਜ਼ ਕੇ ਜਹਾਂਗੀਰੀ ਦੇ ਵਿੱਚ ਖਾਸ ਤੌਰ ਦੇ ਉੱਤੇ ਸਪਸ਼ਟ ਕੀਤਾ ਹੋਇਆ। ਮੈਂ ਉਹਦੀ ਗੱਲ ਆਪਣੇ ਦਰਸ਼ਕਾਂ ਨਾਲ ਸਾਂਝੀ ਕਰਨੀ ਚਾਹੂੰਗਾ। ਮੇਰੇ ਕੋਲ ਜਿਹੜੀ ਰਾਈਟਿੰਗ ਆ ਉਹ ਹੈਗੀ ਹੈ ਜੀ। ਜਹਾਂਗੀਰ ਨੇ ਫਾਰਸੀ 'ਚ ਲਿਖਿਆ, ਉਹਦਾ ਪੰਜਾਬੀ ਟਰਾਂਸਲੇਸ਼ਨ ਹੈ। ਗੋਇੰਦਵਾਲ ਵਿੱਚ ਜੋ ਬਿਆਸ ਨਦੀ ਦੇ ਕਿਨਾਰੇ ਤੇ ਹੈ, ਪੀਰਾਂ ਬਜ਼ੁਰਗਾਂ ਦੇ ਭੇਸ ਵਿੱਚ ਗੁਰੂ ਅਰਜਨ ਨਾਮ ਦਾ ਇੱਕ ਹਿੰਦੂ ਰਹਿੰਦਾ ਸੀ।
ਉਸਨੇ ਬਹੁਤ ਸਾਰੇ ਭੋਲੇ ਭਾਲੇ ਹਿੰਦੂਆਂ ਸਗੋਂ ਬਹੁਤ ਸਾਰੇ ਮੂਰਖ ਤੇ ਬੇਸਮਝ ਮੁਸਲਮਾਨਾਂ ਨੂੰ ਵੀ ਆਪਣੀ ਰਹਿਤ ਵਹਿਤ ਦਾ ਸ਼ਰਧਾਲੂ ਬਣਾ ਕੇ ਆਪਣਾ ਬਲੀ ਤੇ ਪੀਰ ਹੋਣ ਦਾ ਢੋਲ ਬਹੁਤ ਉੱਚਾ ਵਜਾਇਆ ਹੋਇਆ ਸੀ। ਲੋਕ ਉਸ ਨੂੰ ਗੁਰੂ ਕਹਿੰਦੇ ਸਨ। ਸਾਰੇ ਪਾਸਿਆਂ ਤੋਂ ਫਰੇਬੀ ਤੇ ਠੱਗੀ ਪਸੰਦ ਲੋਕ ਉਸ ਕੋਲ ਆ ਕੇ ਉਸ ਉੱਤੇ ਪੂਰਾ ਇਤਕਾਦ ਤੇ ਸ਼ਰਧਾ ਦਾ ਇਜ਼ਹਾਰ ਕਰਦੇ ਸਨ। 3-4 ਪੀੜ੍ਹੀਆਂ ਤੋਂ ਉਹਨਾਂ ਦੀ ਇਹ ਦੁਕਾਨ ਗਰਮ ਸੀ। ਕਿਤਨੇ ਸਮੇਂ ਤੋਂ ਮੇਰੇ ਮਨ ਵਿੱਚ ਇਹ ਖਿਆਲ ਆਉਂਦਾ ਸੀ ਕਿ ਝੂਠ ਦੀ ਇਸ ਦੁਕਾਨ ਨੂੰ ਬੰਦ ਕਰਨਾ ਚਾਹੀਦਾ ਹੈ ਜਾਂ ਉਸ ਗੁਰੂ ਨੂੰ ਮੁਸਲਮਾਨੀ ਮਤ ਵਿੱਚ ਲੈ ਆਉਣਾ ਚਾਹੀਦਾ ਹੈ। ਇਹਨਾਂ ਦਿਨਾਂ ਵਿੱਚ ਹੀ ਖੁਸਰੋ ਨੇ ਇਹ ਦਰਿਆ ਪਾਰ ਕੀਤਾ। ਇਸ ਜਾਹਲ ਤੇ ਹਕੀਰ ਖੁਸਰੋ ਨੇ ਇਰਾਦਾ ਕੀਤਾ ਕਿ ਇਹ ਇਸ ਦੇ ਨਜ਼ਦੀਕ ਹੋਏ। ਉਸਨੇ ਗੁਰੂ ਦੇ ਰਹਿਣ ਦੇ ਡੇਰੇ ਤੇ ਆਪਣਾ ਪੜਾਅ ਕੀਤਾ। ਇਹ ਉਸ ਨੂੰ ਮਿਲਿਆ ਤੇ ਕਈ ਮਿੱਥੀਆਂ ਹੋਈਆਂ ਗੱਲਾਂ ਉਸ ਨੂੰ ਸੁਣਾਈਆਂ ਤੇ ਕੇਸਰ ਨਾਲ ਇੱਕ ਉਂਗਲੀ ਉਹਦੇ ਮੱਥੇ ਤੇ ਲਗਾਈ, ਜਿਹਨੂੰ ਹਿੰਦੂ ਤਿਲਕ ਕਹਿੰਦੇ ਹਨ ਤੇ ਚੰਗਾ ਸ਼ਗਨ ਸਮਝਦੇ ਹਨ। ਜਦ ਇਹ ਗੱਲ ਮੇਰੇ ਕੰਨਾਂ 'ਚ ਪਈ ਤਦ ਮੈਂ ਅੱਗੋਂ ਤੋਂ ਇਹਨਾਂ ਦੇ ਝੂਠ ਨੂੰ ਚੰਗੀ ਤਰ੍ਹਾਂ ਇਹਨਾਂ ਦੇ ਝੂਠ ਨੂੰ ਚੰਗੀ ਤਰ੍ਹਾਂ ਜਾਣਦਾ ਸੀ। ਮੈਂ ਹੁਕਮ ਦਿੱਤਾ ਕਿ ਉਸ ਨੂੰ ਹਾਜ਼ਰ ਕੀਤਾ ਜਾਵੇ ਤੇ ਉਸ ਦੇ ਘਰ ਘਾਟ ਤੇ ਬੱਚਿਆਂ ਨੂੰ ਮੁਰਤਜ਼ਾ ਖਾਂ ਦੇ ਹਵਾਲੇ ਕੀਤਾ ਜਾਏ ਤੇ ਉਸ ਦਾ ਮਾਲ ਅਸਬਾਬ ਜ਼ਬਤ ਕਰਕੇ ਹੁਕਮ ਦਿੱਤਾ ਕਿ ਉਸ ਨੂੰ ਸਿਆਸਤ ਤੇ ਯਾਸਾ ਦੇ ਸਖਤ ਕਾਨੂੰਨ ਹੇਠ ਤਸੀਹੇ ਦੇ ਕੇ ਕਤਲ ਕਰ ਦਿੱਤਾ ਜਾਏ। ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਦਾ ਸਭ ਤੋਂ ਵੱਡਾ ਕਾਰਨ ਸਿਆਸਤ ਤੇ ਯਾਸਾ ਹੈ। ਸਿਆਸਤ ਕਿਉਂਕਿ ਸਿਆਸੀ ਤੌਰ ਤੇ ਉਹ ਤਾਕਤ ਹੈ, ਬਣੇ ਹੋਏ ਲੋਕ ਲਹਿਰ ਬਣੀ ਹੋਈ ਹੈ, ਹਕੂਮਤ ਨੂੰ ਉਹਨਾਂ ਤੋਂ ਖਤਰਾ ਹੈ। ਯਾਸਾ ਜਿਹੜਾ ਧਾਰਮਿਕ ਲੋਕਾਂ ਨੂੰ ਦਿੱਤਾ ਜਾਂਦਾ ਹੈ, ਇਹ ਮੰਗੋਲੀਆ ਦਾ ਇਹ ਕਾਨੂੰਨ ਹੈ, ਜਿਹਦੇ ਰਾਹੀਂ ਇਹ ਕਾਨੂੰਨ ਦੇ ਰਾਹੀਂ ਯਾਸਾ ਦਾ ਜਿਹੜਾ ਕਾਨੂੰਨ ਹੈ ਉਹ ਹੈ ਵੀ ਧਾਰਮਿਕ ਸ਼ਖਸਾਂ ਨੂੰ ਦਿੱਤਾ ਜਾਂਦਾ ਸਜ਼ਾ। ਇਹ ਉਹਦੇ ਨਾਲ ਇਹ ਹੈਗਾ ਕਿ ਉਹਨਾਂ ਦੇ ਖੂਨ ਦਾ ਇੱਕ ਵੀ ਕਤਰਾ ਧਰਤੀ ਦੇ ਉੱਤੇ ਨਹੀਂ ਡਿੱਗਣਾ ਚਾਹੀਦਾ। ਇਸੇ ਕਰਕੇ ਹੀ ਇਹਨਾਂ ਨੂੰ ਪਹਿਲਾਂ ਤੱਤੀ ਤਵੀ ਤੇ ਬਿਠਾ ਕੇ ਤੱਤੀ ਰੇਤ ਸੀਸ ਵਿੱਚ ਪਾਈ ਗਈ, ਦੇਗ ਦੇ ਵਿੱਚ ਉਬਾਲਿਆ ਗਿਆ ਤਾਂ ਕਿ ਜਿਹੜੇ ਖੂਨ ਦੇ ਸੈੱਲਸ ਨੇ ਸਾਰੇ ਉਹ ਖਤਮ ਕਰ ਦਿੱਤੇ ਜਾਣ। ਉਸ ਤੋਂ ਬਾਅਦ ਉਹਨਾਂ ਨੂੰ ਰਾਵੀ ਦੇ ਵਿੱਚ ਠੰਡੇ ਪਾਣੀ 'ਚ ਜਦੋਂ ਸਰੀਰ ਪੂਰੀ ਤਰ੍ਹਾਂ ਛਾਲਿਆਂ ਨਾਲ ਭਰਿਆ ਹੋਇਆ 3 ਦਿਨ ਤਸੀਹੇ ਦਿੱਤੇ ਗਏ। ਮੁਰਤਜ਼ਾ ਖਾਂ ਨੇ ਇਹ ਜਿਹੜੀ ਤਸੀਹੇ ਦੇਣ ਦੀ ਜ਼ਿੰਮੇਵਾਰੀ ਹੈ ਉਹ ਸਾਰੀ ਚੰਦੂ ਦੇ ਹਵਾਲੇ ਕੀਤੀ। ਚੰਦੂ ਦੀ ਦੇਖ ਰੇਖ ਹੇਠ ਇਹ ਸਾਰਾ ਕੁਝ ਹੋਇਆ ਤੇ 23 ਮਈ ਨੂੰ ਗ੍ਰਿਫਤਾਰੀ ਦੀ ਗੱਲ ਹੋਈ ਤੇ 30 ਮਈ 1606 ਵਾਲੇ ਦਿਨ ਲਾਹੌਰ ਦੇ ਵਿੱਚ, ਜਿੱਥੇ ਅੱਜ ਗੁਰਦੁਆਰਾ ਡੇਰਾ ਸਾਹਿਬ ਉਹਨਾਂ ਦੀ ਯਾਦ ਵਿੱਚ ਬਣਿਆ, ਉੱਥੇ ਗੁਰੂ ਅਰਜਨ ਸਾਹਿਬ ਜੀ ਨੂੰ 3 ਦਿਨ ਤਸੀਹੇ ਦੇਣ ਤੋਂ ਬਾਅਦ ਸ਼ਹੀਦ ਕਰ ਦਿੱਤਾ ਗਿਆ। ਤੇ ਨਾਲ ਇਹ ਗੱਲ ਮਿਥ ਲਈ ਗਈ ਕਿ ਹੁਣ ਜਿਹੜੀ ਗੱਲ ਹੈ ਸਿੱਖ ਧਰਮ ਦੀ ਜਿਹੜੀ ਗੱਲ ਹੈ ਇੱਥੇ ਖਤਮ ਹੋ ਗਈ, ਹੁਣ ਇਸ ਤੋਂ ਅੱਗੇ ਗੱਲ ਹੋਣੀ ਨਹੀਂ। ਪ੍ਰਿਥੀ ਚੰਦ ਨੇ ਵੀ ਲੁੱਡੀਆਂ ਪਾਈਆਂ। ਸ਼ੇਖ ਅਹਿਮਦ ਸਰਹੰਦੀ ਨੇ ਆਪਣੇ ਚੇਲੇ ਮੁਰਤਜ਼ਾ ਖਾਂ ਨੂੰ ਚਿੱਠੀਆਂ ਲਿਖੀਆਂ, ਜਿਹਦੇ ਹਵਾਲੇ ਹੈਗੇ ਨੇ, ਚਿੱਠੀਆਂ ਅਵੇਲੇਬਲ ਹੈ ਇਸ ਵੇਲੇ, ਵੀ ਸਾਡੇ ਵਾਸਤੇ ਬਹੁਤ ਖੁਸ਼ੀ ਦਾ ਸਮਾਂ ਹੈ। ਅੱਜ ਅਸੀਂ ਬਹੁਤ ਵੱਡਾ ਮਾਰਕੇ ਦਾ ਕੰਮ ਕਰ ਲਿਆ, ਜਿਹੜਾ ਸਾਡੇ ਇਸਲਾਮ ਦੇ ਪ੍ਰਚਾਰ ਦੇ ਰਸਤੇ ਵਿੱਚ ਸਭ ਤੋਂ ਵੱਡੀ ਰੁਕਾਵਟ ਸੀ। ਅੱਜ ਉਸ ਕੰਧ ਨੂੰ ਅਸੀਂ ਢਾਹ ਦਿੱਤਾ ਹੈ। ਉਹ ਚਿੱਠੀਆਂ ਬਹੁਤ ਨੇ ਕਿਉਂਕਿ ਸਮਾਂ ਇੰਨਾ ਸਾਡੇ ਕੋਲ ਹੈ ਨਹੀਂ, ਅਸੀਂ ਗੱਲ ਕੀਤੀ ਨਹੀਂ ਜਾ ਸਕਦੀ। ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਲਾਹੌਰ 'ਚ, ਜਿੱਥੇ ਅੱਜ ਕੱਲ੍ਹ ਗੁਰਦੁਆਰਾ ਡੇਰਾ ਸਾਹਿਬ ਹੈ, ਉੱਥੇ 30 ਮਈ 1606 ਈਸਵੀ ਨੂੰ ਹੋਈ। 3 ਦਿਨ ਤਸੀਹੇ ਦੇ ਕੇ ਤੱਤੀ ਤਵੀ ਤੇ ਬਿਠਾ ਕੇ ਤੱਤੀ ਰੇਤ ਸੀਸ ਵਿੱਚ ਪਾ ਕੇ ਦੇਗ 'ਚ ਉਬਾਲ ਕੇ ਉਸ ਤੋਂ ਬਾਅਦ ਰਾਵੀ ਦੇ ਠੰਡੇ ਪਾਣੀ ਦੇ ਵਿੱਚ ਉਹਨਾਂ ਦੇ ਸਰੀਰ ਨੂੰ ਵੱਧ ਤੋਂ ਵੱਧ ਤਕਲੀਫ ਦੇਣ ਵਾਸਤੇ ਦੇ ਕੇ ਸ਼ਹੀਦ ਕੀਤਾ ਗਿਆ। ਔਰ ਉਹਨਾਂ ਦੀ ਸ਼ਹਾਦਤ ਦੇ ਕਾਰਨ ਪ੍ਰਿਥੀ ਚੰਦ ਦੀ ਵਿਰੋਧਤਾ, ਸ਼ਰੀਕਾਬਾਜੀ, ਜਿਹੜੇ ਜਾਤਮਾਨੀ ਬ੍ਰਾਹਮਣਾਂ ਦਾ ਵਿਰੋਧ, ਜਿਹੜੇ ਇਸਲਾਮ ਦਾ ਪ੍ਰਚਾਰ ਸਾਰੇ ਸੰਸਾਰ ਨੂੰ ਇਸਲਾਮ ਦੇ ਝੰਡੇ ਥੱਲੇ ਲੈ ਕੇ ਆਉਣਾ ਚਾਹੁੰਦੇ ਨੇ, ਉਹਨਾਂ ਦੀ ਵਿਰੋਧਤਾ, ਸਖੀ ਸਰਵਰੀਏ ਜਿਨ੍ਹਾਂ ਦੀਆਂ ਕਬਰਾਂ ਪੰਜਾਬ 'ਚ ਥਾਂ ਥਾਂ ਬਣੀਆਂ ਹੋਈਆਂ ਤੇ ਸਾਡੇ ਬਹੁਤ ਸਾਰੇ ਸਿੱਖ ਭੁਲੇਖੇ ਵਾਸੀ ਉੱਥੇ ਖੀਰ ਚਾੜੀ ਚਲੇ ਜਾਂਦੇ ਆ। ਉੱਥੇ ਖੀਰ ਚਾੜਨ ਤੋਂ ਪਹਿਲਾਂ ਸੋਚ ਲਿਆ ਕਰੋ, ਇਹ ਜਿਹੜਾ ਨਕਾਈਏ ਵਾਲਾ ਨਾ ਇਹ ਗੁਰੂ ਅਰਜਨ ਸਾਹਿਬ ਨੂੰ ਸ਼ਹੀਦ ਕਰਾਉਣ ਵਾਲਿਆਂ ਵਿੱਚੋਂ ਹੈ। ਕੀ ਤੁਸੀਂ ਗੁਰੂ ਆਪਣੇ 5ਵੇਂ ਗੁਰੂ ਜਿਹੜੇ ਸ਼ਾਂਤੀ ਦੇ ਪੁੰਜ ਹੈ, ਉਹਨਾਂ ਦੇ ਕਾਤਲਾਂ ਦੇ ਮਜ਼ਾਰਾਂ ਦੇ ਉੱਤੇ ਜਾ ਕੇ ਖੀਰ ਚੜਾਉਂਗੇ? ਚਾਹੀਦਾ ਤੇ ਇਹ ਸੀ ਕਿ ਉਹਨਾਂ ਦਾ ਬੋਰੀਆ ਬਿਸਤਰਾ ਗੋਲ ਕਰਕੇ ਪੰਜਾਬ 'ਚੋਂ ਬਾਹਰ ਹੀ ਕੱਢ ਦਿੱਤੇ ਜਾਂਦੇ। ਪਰ ਅਸੀਂ ਪਤਾ ਨਹੀਂ ਸਾਡੀ ਮੱਤ ਕਿੱਥੇ ਗਈ ਹੋਈ ਹੈ। ਗੁਰੂ ਗ੍ਰੰਥ ਸਾਹਿਬ ਸਾਡੇ ਕੋਲ ਹੈ, ਸਾਰੀ ਸਿੱਖਿਆ ਗੁਰੂ ਦੀ ਸਾਡੇ ਕੋਲ ਹੈ, ਅਸੀਂ ਫਿਰ ਕਬਰਾਂ ਨੂੰ ਪੂਜੀ ਚਲੇ ਜਾਂਦੇ ਹਾਂ। ਇਹ ਸੀ ਗੁਰੂ ਅਰਜਨ ਸਾਹਿਬ ਜੀ। ਇਹ ਅਨਪੜ੍ਹਤਾ ਲਾ ਲਓ ਜਾਂ ਬੇਸਮਝੀ ਕਿ ਉਹਨਾਂ ਨੂੰ ਪਤਾ ਹੀ ਨਹੀਂ ਇਹ ਜਿਹੜਾ ਕਬਰ ਜਿਹੜੀ ਪੂਜਦੇ ਆ ਉਹਨੇ ਕੀ ਕੀਤਾ, ਬੈਕਗਰਾਉਂਡ ਕੀ ਹੈ। ਜਿੰਨੇ 9 ਗਜੇ ਪੀਰ ਦੀਆਂ ਕਬਰਾਂ ਨੇ, ਇਹ ਸਾਰੇ ਨਕਾਈਏ ਵਾਲਿਆਂ ਦਾ ਪੀਰ ਹੈ। ਔਰ ਇਹ ਨਕਾਈਏ ਵਾਲੇ ਜਿਹੜੇ ਨੇ ਉਹ ਸਖੀ ਸਰਵਰੀਏ ਨੇ, ਸੁਲਤਾਨੀਏ ਨੇ। ਇਹਨਾਂ ਨੇ ਗੁਰੂ ਅਰਜਨ ਸਾਹਿਬ ਨੂੰ ਸ਼ਹੀਦ ਕਰਾਉਣ ਵਾਸਤੇ ਬਹੁਤ ਵੱਡਾ ਰੋਲ ਅਦਾ ਕੀਤਾ ਸੀ।
ਇਹ ਪੂਰਨ ਤੌਰ ਤੇ ਕਾਰਨ ਨਹੀਂ ਸਨ, ਪਰ ਇਹ ਸਾਰੀਆਂ ਜੀ। ਤਾਕਤਾਂ ਨੇ ਰਲ ਕੇ ਰਲ ਕੇ। ਇੱਕ ਸਾਜ਼ਿਸ਼ ਤਹਿਤ ਸਾਰਾ ਕੁਝ ਕਰਵਾਇਆ ਸੀ। ਅੱਜ ਅਸੀਂ ਉਹਨਾਂ ਦੀਆਂ ਕਬਰਾਂ ਦੇ ਉੱਤੇ ਹੀ ਖੀਰ ਚਾੜੀ ਜਾਂਦੇ ਆ, ਉਹਨਾਂ ਦੀਆਂ ਕਬਰਾਂ ਤੇ ਰੋਟ ਸੁੱਖੀ ਚਲੇ ਜਾਂਦੇ ਆ, ਉਹਨਾਂ ਦੀਆਂ ਕਬਰਾਂ ਤੇ ਲੱਖਾਂ ਦਾ ਦਾਤਾ ਪੀਰ, ਫਲਾਨਾ ਦਾਤਾ ਪੀਰ। ਹੱਦ ਹੋ ਗਈ। ਗੁਰੂ ਅਰਜਨ ਸਾਹਿਬ ਵਰਗਾ ਪੀਰ ਛੱਡ ਕੇ, ਗੁਰੂ ਅਰਜਨ ਸਾਹਿਬ ਵਰਗਾ ਗੁਰੂ ਛੱਡ ਕੇ, ਜਪਿਓ ਜਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਾ ਆਇਓ, ਐਸੀ ਵਡਿਆਈ ਦੇ ਮਾਲਕ ਗੁਰੂ ਨੂੰ ਛੱਡ ਕੇ ਗੁਰੂ ਦੇ ਕਾਤਲਾਂ ਦੇ ਦਰਬਾਰਾਂ ਤੇ ਜਾ ਕੇ ਖੀਰ ਚੜਾਉਣੀ ਕੀ ਸਾਨੂੰ ਇਹ ਸ਼ੋਭਦਾ ਹੈ? ਇਹ ਤੁਸੀਂ ਫੈਸਲੇ ਆਪ ਕਰ ਲਿਓ। ਸੋ ਇਹ ਜੋ ਤੌਜ ਕੇ ਜਹਾਂਗੀਰੀ ਦੇ ਵਿੱਚ ਜਹਾਂਗੀਰ ਨੇ ਆਪਣੀ ਕਲਮ ਨਾਲ ਆਪ ਲਿਖਿਆ ਹੈ। ਕਾਰਨ ਗੁਰੂ ਸਾਹਿਬ ਜੀ ਦੀ ਸ਼ਹੀਦੀ ਦਾ ਉਹ ਸਭ ਤੋਂ ਵੱਡਾ ਜ਼ਿੰਮੇਵਾਰ ਉਹ ਆਪ ਹੈ, ਪਰ ਚੰਦੂ ਨੂੰ ਉਹਨੇ ਤਸੀਹੇ ਦੇਣ ਵਾਸਤੇ ਵਰਤਿਆ ਕਿ ਚੰਦੂ ਜਿਹੜਾ ਹੈ ਉਹਨੇ, ਕਿਉਂਕਿ ਉਹਦੀ ਬੇਟੀ ਦਾ ਸੀਗਾ, ਉਹਦੀ ਬੱਚੀ ਦਾ ਰਿਸ਼ਤਾ ਸੀ, ਕੋਈ ਕਾਰਨ ਬਣਾ ਕੇ ਚੰਦੂ ਨੇ ਉਹ ਤਸੀਹੇ ਦਿੱਤੇ ਜਿਹੜੇ ਸੁਣ ਕੇ ਵੀ ਜ਼ਬਾਨ ਕੰਬਦੀ ਹੈ। 3 ਦਿਨ ਤਤੀ ਤਬੀ ਤੇ ਬਿਠਾ ਲੈਣਾ, ਰੇਤ ਸੀਸ ਤੇ ਪਾਉਣੀ, ਉਬਾਲਣਾ ਪਾਣੀ ਦੇ ਵਿੱਚ, ਫਿਰ ਠੰਡੇ ਪਾਣੀ ਠੰਡੀ ਵਗਦੀ ਰਾਵੀ ਦੇ ਵਿੱਚ ਸੁੱਟ ਦੇਣਾ। ਇਹ ਕੁਝ ਕਰਕੇ ਸਾਹਿਬ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੀ ਸ਼ਹਾਦਤ ਹੁੰਦੇ ਨੇ। ਸਮਾਪਤ ਹੋਣ ਤੋਂ ਪਹਿਲਾਂ ਡਾਕਟਰ ਸਾਹਿਬ ਇੱਕ ਇੱਥੇ ਸ਼ਖਸ ਰਹਿ ਗਿਆ, ਉਹਦੀ ਗੱਲ ਕਰਨੀ ਬਹੁਤ ਜ਼ਰੂਰੀ ਹੈ ਜੀ। ਉਹ ਸ਼ਖਸ ਹੈ ਸਾਈਂ ਮੀਆਂ ਮੀਰ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦਾ ਮਿੱਤਰ ਹੈ, ਅਧਿਆਤਮਿਕ ਮਿੱਤਰ ਹੈ। ਜਦੋਂ ਉਹਨੂੰ ਪਤਾ ਲੱਗਦਾ ਹੈ, ਉਹ ਦੌੜਾ ਜਾਂਦਾ ਕਿਲੇ ਦੇ ਵਿੱਚ, ਕਿਸੇ ਦੀ ਮਜਾਲ ਨਹੀਂ ਕਿ ਉਹ ਰੋਕ ਸਕੇ। ਉਹ ਆਖਦਾ ਗੁਰੂ ਅਰਜਨ ਸਾਹਿਬ ਨੂੰ, ਇਹ ਕੀ ਹੋ ਰਿਹਾ ਹੈ? ਇੱਕ ਸ਼ਾਂਤੀ ਦੇ ਪੁਜਾਰੀ ਨੂੰ ਇੰਨੇ ਤਸੀਹੇ, ਮੇਰੀ ਰੂਹ ਕੰਬ ਗਈ, ਤੁਸੀਂ ਹੁਕਮ ਕਰੋ। ਮੈਂ ਮਤਲਬ ਦਿੱਲੀ ਤੇ ਲਾਹੌਰ ਨੂੰ ਸੱਤਿਆ, ਮਤਲਬ ਐਸੀ ਬਗਾਵਤ ਖੜੀ ਕਰਦੇ ਆ ਭਈ ਜਿਨ੍ਹਾਂ ਲੋਕਾਂ ਨੇ ਇਹ ਹਿੰਮਤ ਕੀਤੀ ਹੈ। ਤੇ ਗੁਰੂ ਅਰਜਨ ਸਾਹਿਬ ਨੇ ਕਿਹਾ ਹੈ, ਨਹੀਂ, ਇਹ ਅਕਾਲ ਪੁਰਖ ਦਾ ਭਾਣਾ ਹੈ, ਉਹਦੀ ਰਜ਼ਾ ਹੈ। ਉਹਦੀ ਰਜ਼ਾ ਤੋਂ ਬਗੈਰ ਕਿਸੇ ਹਾਕਮ ਦੀ ਕੀ ਹਿੰਮਤ ਹੈ ਕਿ ਕੁਝ ਵੀ ਕਰ ਸਕਣ? ਇੱਥੇ ਤਾਂ ਭਾਣੇ ਨੂੰ ਮਿੱਠਾ ਕਰਕੇ ਮੰਨਣਾ ਹੀ ਬਣਦਾ ਹੈ। ਤੇ ਉੱਥੇ ਗੁਰੂ ਅਰਜਨ ਸਾਹਿਬ ਦੀ ਉਹ ਨਿਮਰਤਾ, ਉਹ ਸਹਿਜ, ਉਹ ਸ਼ਾਂਤੀ ਵੇਖ ਕੇ ਉਹ ਖੁਦਾ ਦਾ ਬੰਦਾ ਫੁੱਟ ਰੋਇਆ। ਮੈਂ ਕੁਝ ਵੀ ਨਹੀਂ ਕਰ ਸਕਦਾ, ਮੇਰੇ ਸਾਹਮਣੇ ਮਨੁੱਖਤਾ ਦੇ ਪੀਰ ਨੂੰ ਇੰਨੇ ਤਸੀਹੇ ਦਿੱਤੇ ਗਏ, ਜਾਓ, ਤੁਹਾਡਾ ਕੱਖ ਨਾ ਰਹੇ ਜਿਨ੍ਹਾਂ ਨੇ ਅੱਜ ਆਹ ਕੀਤਾ ਹੈ। ਤੇ ਅਸੀਂ ਉਹਨਾਂ ਦੇ ਕਾਤਲਾਂ ਦੀਆਂ ਕਬਰਾਂ ਦੇ ਉੱਤੇ ਖੀਰ ਚੱਕੀ ਫਿਰਦੇ ਹਾਂ। ਸਾਨੂੰ ਸ਼ਰਮ ਨਹੀਂ ਆਉਣੀ ਚਾਹੀਦੀ ਇਹ ਕੁਛ ਕਰਦੇ ਹਾਂ। ਮੈਨੂੰ ਖਿਮਾ ਕਰਿਓ। ਸਾਈਂ ਮੀਆਂ ਮੀਰ ਉਹਦੀ ਗੱਲ ਭਾਈ ਸਾਹਿਬ ਨੇ ਕੀਤੀ ਹੈ। ਲੋਹ ਤੇ ਆ ਕੇ ਤਾਹਾਂ ਮਾਰਦਾ ਹੈ, ਕਹਿੰਦਾ ਐ ਗੁਰੂ ਅਰਜਨ ਜੀ ਇਹ ਕੀ ਪਏ ਕਰਦੇ ਹੋ? ਅਰਜਨ ਜੀ ਕੀ ਪਿਆ ਹੁੰਦਾ ਹੈ? ਉਹ ਹੰਸ ਸ਼ੋਮਣੀ ਅੰਮ੍ਰਿਤ ਦੇ, ਕਿਉਂ ਅੱਗ ਅੰਦਰ ਪੈ ਜਲਦੇ ਹੋ? ਤਾਂ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ, ਮੀਆਂ ਮੀਰ ਉਹ ਤੇ ਤੂੰ ਕੀ ਕਹਿੰਦਾ? ਮੈਂ ਅੱਗ ਅੰਦਰ ਪਿਆ ਬੈਠਾ ਦੁਖੜੇ ਜਰਦਾ ਹਾਂ? ਨਹੀਂ, ਸਿਦਕ ਦੇ ਮੰਦਰ ਦੀ ਅੱਜ ਮਿੱਤਰਾ ਨੀ ਪਿਆ ਧਰਦਾ। ਉਹ ਤੇਰੀ ਹੈ, ਇਹ ਮੇਰੀ ਹੈ, ਦੋਹਾਂ ਦੀਆਂ ਦੋਵੇਂ ਜਾਦਾਂ ਨੇ, ਇੱਕ ਸਿਰਕਦਾਨ ਇੱਕ ਭਗਤੀਦਾਨ, ਦੋਹਾਂ ਦੀਆਂ ਦੋ ਬੁਨਿਆਦਾਂ ਨੇ ਜੋ ਹਰਿਮੰਦਰ ਸਾਹਿਬ ਦੀ ਨੀ ਮੀਆਂ ਮੀਰ ਨੇ ਰੱਖੀ, ਤੇ ਇੱਥੇ ਸ਼ਹਾਦਤਾਂ ਨੀ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਰੱਖਦੇ ਨੇ। ਉਹਨਾਂ ਦਾ ਸ਼ਹੀਦੀ ਪੁਰਬ ਅੱਜ ਦੁਨੀਆ ਦੇ ਕੋਨੇ-ਕੋਨੇ ਵਿੱਚ ਮਨਾਇਆ ਜਾ ਰਿਹਾ ਹੈ। ਬਰੀਫਲੀ 1 ਮਿੰਟ ਦੇ ਵਿੱਚ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਆਜ਼ਾਦੀ ਤੋਂ ਬਾਅਦ ਕੀ ਪਲਟਾ ਆਇਆ? ਸ਼ਹਾਦਤ ਤੋਂ ਬਾਅਦ ਕੀ ਪਲਟਾ ਆਇਆ ਸਿੱਖੀ ਵਿੱਚ? 2 ਤਲਵਾਰਾਂ ਬੱਧੀਆਂ, ਇੱਕ ਮੀਰੀ ਦੀ, ਇੱਕ ਪੀਰੀ ਦੀ। ਸਮਾਂ ਆਇਆ ਗੁਰੂ ਹਰਗੋਬਿੰਦ ਸਾਹਿਬ ਦਾ ਜੀ। ਹਰਮੰਦਰ ਦੇ ਸਾਹਮਣੇ ਅਕਾਲ ਬੁੰਗੇ ਦੀ ਹੋਈ ਸਿਰਜਣਾ, ਢਾਡੀਆਂ ਨੇ ਗਾਈਆਂ 12, ਤੇ ਉੱਥੇ ਹੋਈ ਸ਼ਸਤਰ ਵਿਦਿਆ ਦੀ ਪ੍ਰੈਕਟਿਸ, ਉੱਥੇ ਹੋਈਆਂ ਕੁਸ਼ਤੀਆਂ, ਉੱਥੇ ਹੋਈਆਂ ਤਿਆਰੀਆਂ ਜ਼ਾਲਮ ਹਕੂਮਤ ਦੇ ਦੰਦ ਭੰਨਣ ਦੇ ਲਈ। ਉੱਥੇ ਫਿਰ ਉਸ ਵੇਲੇ ਸਧਾਰਨ ਜਨਤਾ ਤੇ ਸਧਾਰਨ ਚਿੜੀਆਂ ਤੇ ਜ਼ੁਲਮ ਕਰਨ ਵਾਲੇ ਬਾਜ਼ਾਂ ਤੱਕ ਨੂੰ ਨਹੀਂ ਬਖਸ਼ਿਆ। ਜਦੋਂ ਬਾਜ਼ ਮਾਰ ਲਿਆਂਦਾ, ਸੂਬੇ ਦਾ ਹੁਕਮ ਆ ਗਿਆ ਗੁਰੂ ਹਰਗੋਬਿੰਦ ਸਾਹਿਬ ਨੂੰ, ਵਾਪਸ ਕਰ ਦਿਓ। ਤੇ ਉਹਨਾਂ ਨੇ ਕਹਿ ਦਿੱਤਾ ਸੀ, हमने बाज ना उनको देना, ताज बाज सब उनसे लेना। ਪਹਿਲਾਂ ਗੱਲ ਸ਼ਾਂਤੀ ਦੀ ਸੀ ਸਿਰਫ, ਹੁਣ ਅਸੀਂ ਸਿਰਫ ਸ਼ਾਂਤੀ ਨਹੀਂ ਹੈ, ਸਾਨੂੰ ਆਪਣੀ ਰੱਖਿਆ ਕਰਨ ਵਾਸਤੇ ਕਿਸੇ ਹੋਰ ਦੀ ਲੋੜ ਨਹੀਂ ਹੈ। ਇਹੀ ਸ਼ਾਂਤੀ ਨਾਲ ਨਾਮ ਜਪਣ ਵਾਲੇ ਲੋਕ ਹੀ ਕੱਲ ਨੂੰ ਤਲਵਾਰਾਂ ਪਕੜ ਕੇ, ਕਿਰਪਾਨਾਂ ਚੱਕ ਕੇ, ਹਥਿਆਰ ਚੱਕ ਕੇ ਮੁਗਲ ਹਕੂਮਤ, ਜ਼ਾਲਮ ਹਕੂਮਤ ਨੂੰ ਬੰਗਾਰਨਗੇ ਤੇ ਜਿੱਤ ਪ੍ਰਾਪਤ ਕਰਨਗੇ। ਗੁਰੂ ਹਰਗੋਬਿੰਦ ਸਾਹਿਬ ਨੇ 4 ਲੜਾਈਆਂ ਲੜੀਆਂ, ਚਾਰੇ ਜਿੱਤੀਆਂ। ਉਹ ਕਿਸੇ ਦਾ ਦੇਸ਼ ਕਾਬੂ ਕਰਨ ਵਾਸਤੇ ਨਹੀਂ ਸੀ। ਫਿਰ ਅਕਾਲ ਬੁੰਗੇ ਦੇ ਰਾਹੀਂ, ਅਕਾਲ ਤਖਤ ਰਾਹੀਂ ਦੁਨਿਆਵੀ ਤਖਤ ਦੇ ਬਰਾਬਰ ਅਕਾਲ ਦੇ ਤਖਤ ਦੀ ਸਿਰਜਣਾ ਹੋਈ। ਕਲਗੀਆਂ ਲਗਾ ਕੇ, ਘੋੜੇ ਦੀਆਂ ਸਵਾਰੀਆਂ ਕਰਕੇ, ਹੀਰੇ ਪਹਿਨ ਕੇ, ਸ਼ਹਿਨਸ਼ਾਹਾਂ ਵਾਂਗੂ ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੇ ਪੂਰੇ ਸੰਸਾਰ ਨੂੰ ਦੱਸ ਦਿੱਤਾ ਕਿ ਧਰਮੀ ਨਿਤਾਣਾ ਨਹੀਂ ਹੁੰਦਾ। ਧਰਮ ਤੇ ਚੱਲਣ ਵਾਲਾ ਮਨੁੱਖ ਐਸੇ ਨਹੀਂ ਹੁੰਦਾ, ਗਊ ਨਹੀਂ ਹੁੰਦੀ ਜਿਹੜਾ ਮਰਜ਼ੀ ਪਕੜ ਕੇ ਕਤਲ ਕਰਦਾ ਹੈ।
ਅਸੀਂ ਉਸ ਜ਼ੁਲਮ ਨੂੰ ਰੋਕਣ ਲਈ ਹਥਿਆਰ ਚੁੱਕਣਾ ਵੀ ਜਾਣਦੇ ਹਾਂ। ਫਿਰ ਸ਼ਾਂਤ ਦੇ ਨਾਲ ਨਾਲ ਵੀਰ ਰਸ ਵੀ ਆਇਆ, ਫਿਰ ਪੀਰੀ ਦੇ ਨਾਲ ਨਾਲ ਮੀਰੀ ਵੀ ਆਈ, ਔਰ ਉਸੇ ਮੀਰੀ ਪੀਰੀ ਦੇ ਵਿੱਚੋਂ ਨਿਕਲਿਆ ਸੰਤ ਸਿਪਾਹੀ, ਉਹਦੇ ਵਿੱਚੋਂ ਨਿਕਲਿਆ ਖਾਲਸਾ, ਤੇ ਉਹਦੇ ਵਿੱਚੋਂ ਨਿਕਲਿਆ ਗੁਰੂ ਖਾਲਸਾ ਪੰਥ। ਸੋ ਇਹ ਸ਼ਾਂਤਮਈ ਪੰਜ ਜਾਮੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੋ ਸ਼ਾਂਤੀ ਦੀ ਅੱਤ ਹੋ ਗਈ, ਉਦੋਂ ਬਾਅਦ ਫਿਰ ਮੇਰੀ ਪੀਰੀ ਦੀਆਂ ਦੋ ਤਲਵਾਰਾਂ, ਕਿ ਜੇ ਇੱਕ ਹੱਥ ਵਿੱਚ ਮਾਲਾ ਹੈ ਤੇ ਦੂਸਰੇ ਹੱਥ ਵਿੱਚ ਤਲਵਾਰ ਹੈ ਉਹਦੀ ਰਾਖੀ ਵਾਸਤੇ। ਦੋ ਤਲਵਾਰਾਂ ਪਹਿਨੀਆਂ ਕਿ ਹੁਕਮ ਕਰ ਦਿੱਤਾ ਹੁਣ ਮੇਰੇ ਕੋਲ ਸੂਰਮੇ ਆਉਣ, ਹਥਿਆਰ ਲੈ ਕੇ ਆਇਓ, ਹਥਿਆਰ ਲੈ ਕੇ ਆਇਓ, ਘੋੜੇ ਲੈ ਕੇ ਆਇਓ, ਘੋੜਿਆਂ ਦੀ ਸਵਾਰੀ ਕਰਕੇ ਆਇਓ। ਕਿਉਂਕਿ ਜਹਾਂਗੀਰ ਨਾ ਮੁਗਲੀ ਹਕੂਮਤ ਨੇ ਹੁਕਮ ਕਰ ਦਿੱਤਾ ਸੀ ਕੋਈ ਘੋੜੇ ਦੀ ਸਵਾਰੀ ਨਹੀਂ ਕਰ ਸਕਦਾ, ਕੋਈ ਹਥਿਆਰ ਨਹੀਂ ਰੱਖ ਸਕਦਾ, ਕੋਈ ਕਲਗੀ ਨਹੀਂ ਲਾ ਸਕਦਾ, ਕੋਈ ਉੱਚਾ ਤਖਤ ਨਹੀਂ ਲਾ ਸਕਦਾ। ਪੰਜਵੇਂ ਪਾਤਸ਼ਾਹ ਛੇਵੇਂ ਪਾਤਸ਼ਾਹ ਜੀ ਨੇ ਸਭ ਕੁਝ ਹੀ ਕੀਤਾ, ਸਾਰਾ ਕੁਝ ਕੀਤਾ। ਸੋ ਇਹ ਪੰਜਵੇਂ ਪਾਤਸ਼ਾਹ ਜੀ ਦੀ ਸ਼ਹਾਦਤ ਦਾ ਦਿਨ ਦੁਨੀਆ ਦੇ ਕੋਨੇ-ਕੋਨੇ ਵਿੱਚ ਅੱਜ ਮਨਾਇਆ ਜਾਂਦਾ ਹੈ। ਸਤਿਗੁਰੂ ਮਿਹਰ ਕਰਨ, ਰਹਿਮ ਕਰਨ, ਉਹਨਾਂ ਦੀ ਸਿੱਖਿਆ ਲੈ ਕੇ ਜੋ ਭਾਈ ਸਾਹਿਬ ਨੇ ਦੱਸਿਆ, ਘੱਟੋ ਘੱਟ ਆ ਜਿਹੜੀ ਕਬਰਾਂ ਪੂਜੀਆਂ ਉਹਨਾਂ ਤੋਂ ਤਾਂ ਛੁਟਕਾਰਾ ਪਾ ਲਓ। ਉਹ ਸਾਡੇ ਦੁਖੀਆਂ ਦੀਆਂ ਜਿਨ੍ਹਾਂ ਨੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਦੀ ਸ਼ਹਾਦਤ ਵਿੱਚ ਹਿੱਸਾ ਪਲੇ ਕੀਤਾ, ਆਪਣਾ ਪਾਰਟ ਪਲੇ ਕੀਤਾ, ਉਹਨਾਂ ਤੋਂ ਛੁਟਕਾਰਾ ਲੈ ਲਓ ਤੇ ਸਾਡੀ ਇਹ ਸ਼ਹਾਦਤ ਦਾ ਦਿਨ ਮਨਾਇਆ ਸਫਲਾ ਹੋਵੇਗਾ ਅਕੀਦ ਦੇ ਵਿੱਚ ਜੀ। ਮੈਂ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੋਧੇ ਹੋਏ ਕੈਲੰਡਰ ਦੇ ਮੁਤਾਬਕ ਗੁਰੂ ਅਰਜਨ ਸਾਹਿਬ ਦਾ ਸ਼ਹਾਦਤ ਦਿਹਾੜਾ ਅੱਜ ਹੈ। ਮੂਲ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ ਗੁਰੂ ਅਰਜਨ ਸਾਹਿਬ ਦਾ ਸ਼ਹਾਦਤ ਦਿਹਾੜਾ 16 ਜੂਨ ਨੂੰ ਹੈ। ਸਾਡਾ ਮਕਸਦ ਕੈਲੰਡਰਾਂ ਦੇ ਝਗੜੇ ਵਿੱਚ ਪੈਣਾ ਨਹੀਂ, ਅਸੀਂ ਆਪਣੇ ਗੁਰੂ ਪ੍ਰਤੀ ਆਪਣਾ ਜਿਹੜਾ ਗੱਲ ਸੀ ਉਹ ਕਰਨੀ ਹੈ। ਗੁਰੂ ਦਾ ਸੰਦੇਸ਼ਾ ਦੇਣਾ ਤੇ ਸਿੱਖ ਚੈਨਲ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੀਤੇ ਹੋਏ ਫੈਸਲਿਆਂ ਦੇ ਮੁਤਾਬਕ ਹੀ ਉਹਨੂੰ ਆਪਣੇ ਆਪ ਨੂੰ ਚਲਾਉਂਦਾ ਹੈ, ਕਿਉਂਕਿ ਇੱਥੇ ਗੱਲ ਪੰਥਕ ਏਕਤਾ ਦੀ ਹੈ। ਜਦੋਂ ਉੱਥੋਂ ਫੈਸਲਾ ਹੋ ਜਾਏਗਾ, ਜਿਹੜਾ ਵੀ ਹੋਏਗਾ, ਅਸੀਂ ਉਹਨੂੰ ਮੰਨਾਂਗੇ। ਕੋਈ ਇਹ ਗੱਲ ਨਾ ਕਰੇ ਕਿ ਅੱਜ ਤਾਂ ਉਹ ਹੈ ਤੇ ਆਹ ਹੈ ਤੇ ਜੇ ਹੈ ਤੇ ਉਹ ਹੈ। ਸਾਡਾ ਮਕਸਦ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹਾਦਤ ਨੂੰ ਸ਼ਰਧਾਂਜਲੀ ਦੇਣੀ ਹੈ, ਆਪਣੇ ਦਰਸ਼ਕਾਂ ਨੂੰ ਜਾਣੂ ਕਰਵਾਉਣਾ ਹੈ ਕਿ ਕਿਹੜੇ ਕਾਰਨ ਸੀ ਜਿਨ੍ਹਾਂ ਕਰਕੇ ਗੁਰੂ ਅਰਜਨ ਸਾਹਿਬ ਨੂੰ ਇੰਨੇ ਤਸੀਹੇ ਦੇ ਕੇ ਸ਼ਹੀਦ ਹੋਣਾ ਪਿਆ। ਬਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।